ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਜੀਕੇ ਅਕੈਡਮੀ ਪੰਜਾਬ ਦੇ ਵਿੱਚ। ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਕੱਲ ਆਪਣਾ ਨਾਇਬ ਤਹਿਸੀਲਦਾਰ ਦਾ PPSC ਦਾ ਐਗਜ਼ਾਮ ਹੋਇਆ ਸੀ ਤੇ ਉਹਦੇ ਰਿਗਾਰਡਿੰਗ ਮੈਨੂੰ ਕਾਫੀ ਸਾਰੇ ਕੈਂਡੀਡੇਟਸ ਦੇ ਮੈਸੇਜ ਆ ਰਹੇ ਸੀ ਕਿ ਜਿਸ ਲੈਵਲ ਦਾ ਪੇਪਰ ਆਇਆ ਸੀਗਾ ਉਸ ਲੈਵਲ ਦਾ ਹੀ ਪੇਪਰ PSSB ਜਾਂ ਪੰਜਾਬ ਪੁਲਿਸ ਦੀਆਂ ਜਿਹੜੀਆਂ ਅਪਕਮਿੰਗ ਭਰਤੀਆਂ ਹੋਣਗੀਆਂ ਕੀ ਉਸੇ ਲੈਵਲ ਦਾ ਪੇਪਰ ਰਹੇਗਾ। ਤੇ ਇੱਕ ਮੈਨੂੰ ਹੋਰ ਸਵਾਲ ਆ ਰਿਹਾ ਸੀ, ਉਹ ਪੁੱਛ ਰਹੇ ਸੀ ਕਿ ਕਿਉਂਕਿ ਇਹਦੇ ਵਿੱਚ ਜ਼ਿਆਦਾਤਰ ਆਪਣਾ ਕਰੰਟ ਅਫੇਅਰ ਜ਼ਿਆਦਾ ਪੁੱਛਿਆ ਗਿਆ ਸੀਗਾ ਇਹਨਾਂ ਨੇ PPSC ਦੇ ਵਿੱਚ, ਇੱਦਾਂ ਨਹੀਂ ਕਿ ਹੋਰ ਸਬਜੈਕਟ ਨਹੀਂ ਆਏ ਸੀ, ਕਰੰਟ ਅਫੇਅਰ ਜ਼ਿਆਦਾ ਪੁੱਛਿਆ ਗਿਆ ਸੀ। ਸੋ ਇਹਦੇ ਰਿਗਾਰਡਿੰਗ ਵੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਕਲੀਅਰ ਕਰ ਦਾਂਗਾ ਕਿ ਕਰੰਟ ਅਫੇਅਰ PSSB ਕਿੰਨੇ ਜ਼ਿਆਦਾ ਪੁੱਛਦਾ ਤੇ ਆਪਣਾ ਪੰਜਾਬ ਪੁਲਿਸ ਕਿੰਨੇ ਪੁੱਛਦਾ ਵਾ। ਸੋ ਸਾਰਿਆਂ ਤੋਂ ਪਹਿਲਾਂ ਆਪਾਂ ਨਾ ਤੁਹਾਨੂੰ ਇਹ ਦੱਸਾਂਗੇ ਕਿ ਜਿਹੜੀ ਆਪਣੀ ਕਲਾਸ ਦੇ ਵਿੱਚੋਂ ਜਿਹੜਾ ਆਪਾਂ ਇਸ ਟਾਈਮ ਦੇ ਉੱਤੇ ਨਾ 3 ਸਬਜੈਕਟ ਕਰ ਰਹੇ ਹਾਂ। ਇੱਕ ਆਪਾਂ ਪੰਜਾਬ ਜੀਕੇ ਕਰ ਰਹੇ ਹਾਂ, ਇੱਕ ਆਪਾਂ ਮਾਡਰਨ ਹਿਸਟਰੀ ਕਰ ਰਹੇ ਹਾਂ, ਇੱਕ ਆਪਾਂ ਪੋਲਿਟੀ। 3 ਸਬਜੈਕਟ ਆਪਣੇ ਸ਼ੁਰੂ ਕੀਤੇ ਹੋਏ ਨੇ, ਠੀਕ ਆ। ਸੋ ਉਹਦੇ ਵਿੱਚੋਂ ਮੈਂ ਤੁਹਾਨੂੰ ਦੱਸੂਗਾ ਕਿ ਕਿਹੜੇ ਕਿਹੜੇ ਕੁਐਸਚਨ ਆਪਣੀ ਕਿਹੜੀ ਕਿਹੜੀ ਕਲਾਸ ਦੇ ਵਿੱਚੋਂ ਆਏ ਨੇ, ਜਿਹਦੇ ਨਾਲ ਕਿ ਥੋੜ੍ਹਾ ਜਿਹਾ ਤੁਹਾਨੂੰ ਵੀ ਇੱਕ ਕੌਨਫੀਡੈਂਸ ਮਿਲੇ ਕਿ ਹਾਂ ਅਸੀਂ ਜਿਹੜੀ ਚੀਜ਼ ਪੜ੍ਹ ਰਹੇ ਹਾਂ, ਚਾਹੇ ਤੁਸੀਂ PSSB ਦਾ ਹੀ ਐਗਜ਼ਾਮ ਦੇਣਾ ਵਾ, ਬਟ ਤੁਹਾਨੂੰ ਵੀ ਇੱਕ ਤਰ੍ਹਾਂ ਨਾਲ ਇੱਕ ਕੌਨਫੀਡੈਂਸ ਮਿਲੂਗਾ ਕਿ ਹਾਂ ਅਸੀਂ ਜਿਹੜੀ ਚੀਜ਼ ਪੜ੍ਹ ਰਹੇ ਹਾਂ ਉਹ ਅਗਰ ਇੰਨੇ ਲੈਂਥੀ ਪੇਪਰ ਦੇ ਵਿੱਚ ਵੀ ਕਵਰ ਹੋ ਰਹੀ ਆ, ਸਟੇਟਮੈਂਟ ਬੇਸ ਦੇ ਵਿੱਚ ਵੀ ਕਵਰ ਹੋ ਰਹੇ ਨੇ ਕੁਐਸਚਨ, ਤਾਂ ਜਿਹੜੇ PSSB ਆਏਗਾ PSSB ਦੇ ਵਿੱਚ ਤਾਂ ਵੈਸੇ ਹੀ ਜ਼ਿਆਦਾਤਰ ਸਿੰਗਲ ਲਾਈਨਰ ਕੁਐਸਚਨ ਪੁੱਛਣਗੇ। ਅਗਰ ਉਹ ਕਨਸੈਪਚੁਅਲ ਪੁੱਛਦੇ ਵੀ ਨੇ, ਠੀਕ ਆ ਜੀ, PSSB ਬੋਰਡ, ਤਾਂ PSSB ਬੋਰਡ ਦੇ ਵਿੱਚ ਕਨਸੈਪਚੁਅਲ ਦੇ ਵਿੱਚ ਉਹ ਇਦਾਂ ਸਟੇਟਮੈਂਟ ਬੇਸ ਜ਼ਿਆਦਾ ਕੁਐਸਚਨ ਨਹੀਂ ਪਾਉਂਦੇਗੇ, ਠੀਕ ਆ। ਸੋ ਤੁਸੀਂ ਇਹ ਧਿਆਨ ਦੇ ਨਾਲ ਕਰਨਾ। ਮੈਂ ਤੁਹਾਨੂੰ ਹੁਣ ਮੈਂ ਸਾਰਾ ਕੁਝ ਦੱਸੂਗਾ ਕਿ ਕਿਸ ਤਰ੍ਹਾਂ ਕਿਹੜੀ ਕਿਹੜੀ ਕਲਾਸ ਦੇ ਵਿੱਚੋਂ ਇਹ ਵਾਲੇ ਕੁਐਸਚਨ ਕਵਰ ਹੁੰਦੇ ਨੇ, ਠੀਕ ਆ। ਹੁਣ ਦੇਖੋ ਜੀ, ਟੋਟਲ ਮੈਂ ਪਹਿਲਾਂ ਤੁਹਾਨੂੰ ਦੱਸਦਾ ਕਿ ਕਿੰਨੇ ਕੁਐਸਚਨ ਆਏ ਨੇ ਤੇ ਆਪਣੇ ਉਹਦੇ ਵਿੱਚੋਂ ਕਿੰਨੇ ਕੁਐਸਚਨ ਕਵਰ ਹੋਏ ਨੇ। ਦੇਖੋ ਜੀ, ਟੋਟਲ ਆਪਣੀ 80 ਨੰਬਰ ਦੀ GS ਤੇ ਕਰੰਟ ਅਫੇਅਰ ਆਈ ਸੀ ਇਹਦੇ ਵਿੱਚ, ਠੀਕ ਆ ਜੀ। GS ਤੇ ਕਰੰਟ ਅਫੇਅਰ ਆਈ ਸੀ ਤੇ ਇਹਦੇ ਵਿੱਚ GK ਦੇ ਕਰੰਟ ਅਫੇਅਰ ਦੇ ਲਗਭਗ 30-31 ਕੁਐਸਚਨ ਉਹਨਾਂ ਨੇ ਪੁੱਛ ਲਏ ਸੀਗੇ, ਜਿਹੜੇ ਕਿ ਸਾਇੰਸ ਟੈਕ ਬੇਸ ਹੋ ਗਏ, ਮੰਨ ਲਓ, ਜਾਂ এনवायरमेंट ਬੇਸ ਹੋ ਗਏ, ਜੀਓਗ੍ਰਾਫੀਕਲ ਬੇਸ ਹੋ ਗਏ, ਜੋ ਵੀ ਕਰੰਟ ਅਫੇਅਰ ਇਹਨਾਂ ਨੇ ਪੁੱਛੇ ਨੇ, ਮਿਲਟਰੀ ਐਕਸਰਸਾਈਜ਼ ਹੋ ਗਈ ਕੋਈ, ਠੀਕ ਆ। ਜਿਹੜੇ ਕਰੰਟ ਅਫੇਅਰ ਇਹਨਾਂ ਨੇ ਕੀਤੇ ਨੇ ਅਜੇ ਤੱਕ ਪੁੱਛੇ ਨੇ, ਉਹ ਸਾਰੇ ਕਰੰਟ ਅਫੇਅਰ ਸਟੇਟਮੈਂਟ ਬੇਸਡ ਇਹਨਾਂ ਨੇ UPSC ਲੈਵਲ ਨੂੰ ਫੋਲੋ ਕੀਤਾ ਵਾ, ਠੀਕ ਆ। ਜਿਹੜੇ ਕਰੰਟ ਅਫੇਅਰ ਜ਼ਿਆਦਾਤਰ ਕਰੰਟ ਅਫੇਅਰ ਜਿਹੜੇ ਆਏ ਨੇ ਉਹ UPSC ਲੈਵਲ ਜਾਂ ਸਟੇਟ PCS ਦੇ ਵਿੱਚ ਜਿਹੜੇ ਐਗਜ਼ਾਮ ਹੁੰਦੇ ਨੇ ਉਹਨੂੰ ਫੋਲੋ ਕੀਤਾ ਵਾ, ਸਟੇਟਮੈਂਟ ਵਾਈਜ਼ ਹੀ ਕਰੰਟ ਅਫੇਅਰ ਆਏ ਨੇ। ਸੋ ਜਿਹੜੇ ਵੀ ਕੈਂਡੀਡੇਟ ਨੇ ਸਟੇਟਮੈਂਟ ਵਾਈਜ਼ ਪੂਰੀ ਵਧੀਆ ਤਰੀਕੇ ਦੇ ਨਾਲ ਕਰੰਟ ਅਫੇਅਰ ਕੀਤੇ ਹੋਏ ਸੀ PPSC ਦੇ। ਸੋ ਆਪਾਂ ਨੂੰ ਪਤਾ ਸੀ ਕਿ ਨਾਇਬ ਤਹਿਸੀਲਦਾਰ ਦਾ ਪੇਪਰ ਆ, ਕਰੰਟ ਅਫੇਅਰ ਤਾਂ ਆਉਣੇ ਹੀ ਆਉਣੇ ਆ। PPSC ਵੈਸੇ ਵੀ ਪੁੱਛਦੀ ਆ ਕਰੰਟ ਅਫੇਅਰ। ਆਪਾਂ ਕੋਆਪਰੇਟਿਵ ਇੰਸਪੈਕਟਰ 'ਚ ਦੇਖਿਆ ਸੀ 2018-19 ਦੇ ਵਿੱਚ ਵੀ ਕਿ ਕਰੰਟ ਅਫੇਅਰ ਆਈ ਸੀ। ਹੁਣ ਦੇਖੋ ਜੀ, ਹੁਣ ਉਹਦੇ ਵਿੱਚੋਂ 30-31 ਕੁਐਸਚਨ ਤਾਂ ਤੁਹਾਡੇ ਕਰੰਟ ਅਫੇਅਰ ਦੇ ਹੀ ਕਵਰ ਹੋ ਗਏ। ਹੁਣ ਇਹਦੇ ਵਿੱਚੋਂ ਆਪਣੀ ਦੇਖਣਯੋਗ ਚੀਜ਼ ਕੀ ਆ? ਦੇਖਣਯੋਗ ਚੀਜ਼ ਆਪਣੀ ਇਹ ਆ ਕਿ ਜਿਹੜੇ ਬਾਕੀ ਦੇ ਕੁਐਸਚਨ ਆਏ ਸੀਗੇ, ਠੀਕ ਆ, ਜੋ ਆਪਣਾ ਮੰਨ ਲਓ ਸਪੋਜ਼ ਕਰ ਲਓ ਜੋ ਆਪਾਂ ਇਸ ਟਾਈਮ ਕਰ ਰਹੇ ਹਾਂ, ਮੈਂ ਸਿਰਫ ਉਹਦੀ ਗੱਲ ਕਰਾਂਗਾ, ਬਾਕੀ ਆਪਾਂ ਬਾਅਦ ਵਿੱਚ ਦੇਖਾਂਗੇ, ਡਿਸਕਸ ਕਰਾਂਗੇ। ਇਸ ਟਾਈਮ ਦੇ ਉੱਤੇ ਪੰਜਾਬ GK, ਮਾਡਰਨ ਹਿਸਟਰੀ ਤੇ ਪੋਲਿਟੀ ਦੀਆਂ ਆਪਣੀਆਂ ਕਲਾਸਾਂ ਚੱਲ ਰਹੀਆਂ ਨੇ। ਹੁਣ ਮੈਂ ਤੁਹਾਨੂੰ ਪਹਿਲਾਂ ਦੱਸਦਾ ਕਿ ਟੋਟਲ ਆਪਣੇ 67 ਕਲਾਸਾਂ ਹੋਈਆਂ ਨੇ। 67 ਕਲਾਸਾਂ ਹੋਣਗੀਆਂ ਟੋਟਲ ਇਹਨਾਂ 3 ਸਬਜੈਕਟਾਂ ਦੀਆਂ ਮਿਲਾ ਕੇ, ਜਿਹਦੇ ਵਿੱਚ ਕਿ ਆਪਾਂ ਮਾਡਰਨ ਹਿਸਟਰੀ ਦੀਆਂ ਆਪਾਂ ਟੋਟਲ 17 ਕਲਾਸਾਂ ਕਰਾਂਗੇ, ਪੰਜਾਬ GK ਦੀਆਂ ਆਪਾਂ 20 ਕਲਾਸਾਂ ਕਰਾਂਗੇ ਤੇ ਇੰਡੀਅਨ ਪੋਲਿਟੀ ਦੀਆਂ ਆਪਾਂ 30 ਕਲਾਸਾਂ ਕਰਾਂਗੇ। ਇਹ ਮੈਂ ਸਿਰਫ ਥਿਊਰੀ ਦੇ ਨਾਲ ਜੋ ਆਪਾਂ ਥੋੜੇ MCQ ਕਰ ਰਹੇ ਹਾਂ 10-10, 15-15 ਉਹਦੀ ਦੱਸ ਰਿਹਾ। ਬਾਕੀ ਆਪਾਂ ਅਲੱਗ ਤੋਂ 500-500 MCQ ਵੀ ਕਰਾਂਗੇ, ਸਟੇਟਮੈਂਟ ਬੇਸਡ ਵੀ ਕਰਾਂਗੇ ਤੇ ਸਿੰਗਲ ਲਾਈਨਰ ਵੀ ਕਰਾਂਗੇ। ਹੁਣ ਦੇਖੋ ਜੀ, ਜਿਹੜੀ 17 ਕਲਾਸਾਂ ਆਪਣੀਆਂ ਮਾਡਰਨ ਹਿਸਟਰੀ ਦੀਆਂ ਹੋਣੀਆਂ ਨੇ, ਠੀਕ ਆ। ਇਹ ਟੋਟਲ 67 ਕਲਾਸਾਂ ਦਾ ਮੈਂ ਟਾਰਗੇਟ ਲੈ ਕੇ ਚੱਲ ਰਿਹਾ, ਥੋੜੀ ਬਹੁਤ ਉੱਪਰ ਥੱਲੇ ਹੋ ਸਕਦੀਆਂ ਨੇ, ਠੀਕ ਆ। ਮੈਂ ਇੰਨਾ ਟਾਰਗੇਟ ਲੈ ਕੇ ਚੱਲਿਆ ਕਿ ਇੰਨੀਆਂ ਕਲਾਸਾਂ ਦੇ ਵਿੱਚ ਤੁਹਾਡੀ ਪੰਜਾਬ GK, ਮਾਡਰਨ ਹਿਸਟਰੀ ਤੇ ਇੰਡੀਅਨ ਪੋਲਿਟੀ, ਜਿਹਦੇ ਵਿੱਚੋਂ ਕਿ ਕਾਫੀ ਜ਼ਿਆਦਾ ਕੁਐਸਚਨ ਪੁੱਛੇ ਜਾਂਦੇ ਨੇ ਸਾਰੇ ਪੇਪਰਾਂ ਦੇ ਵਿੱਚ, ਸੋ ਇਹ ਵਾਲੇ ਆਪਣੇ ਕਵਰ ਹੋ ਜਾਣਗੇ। ਹੁਣ ਜੀ, ਜਿਹੜੇ 17 ਮੈਂ ਤੁਹਾਨੂੰ ਕਿਹਾ ਵਾ, 17 ਦੇ ਵਿੱਚੋਂ 15 ਕਲਾਸਾਂ ਆਪਣੀਆਂ ਮਾਡਰਨ ਹਿਸਟਰੀ ਦੀਆਂ ਆਲਰੇਡੀ ਹੋ ਚੁੱਕੀਆਂ ਨੇ, ਠੀਕ ਆ। ਅਗਰ ਤੁਸੀਂ ਉਹ ਨਹੀਂ ਕੀਤੀਆਂ ਗਈਆਂ ਤਾਂ ਤੁਸੀਂ ਪਹਿਲਾਂ ਜਾ ਕੇ ਉਹ ਕਰ ਲਓ। ਤੁਹਾਨੂੰ ਪੂਰਾ ਵਧੀਆ ਤਰੀਕੇ ਦੇ ਨਾਲ ਮਾਡਰਨ ਹਿਸਟਰੀ ਆਪਾਂ ਪੰਜਾਬੀ ਤੇ ਇੰਗਲਿਸ਼ ਦੇ ਵਿੱਚ ਕਰਵਾਈ ਆ ਤੇ ਮੈਂ ਤੁਹਾਨੂੰ ਦੱਸ ਵੀ ਦਵਾਂਗਾ ਕਿੰਨੇ ਕੁਐਸਚਨ ਆਪਣੇ ਇਹਦੇ ਵਿੱਚੋਂ ਕਵਰ ਹੋ ਗਏ ਨੇ। ਹੁਣ ਦੇਖੋ ਜੀ, 15 ਕਲਾਸਾਂ ਇਹਨਾਂ ਦੀਆਂ ਆਪਣੀਆਂ ਹੋ ਗਈਆਂ ਨੇ ਤੇ 2 ਕਲਾਸਾਂ ਆਪਣੀਆਂ ਇਹਨਾਂ ਦੀਆਂ ਪੈਂਡਿੰਗ ਪਈਆਂ ਨੇ, ਠੀਕ ਹੈ। 2 ਕਲਾਸਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਕਿ ਪੈਂਡਿੰਗ ਹੋਣਗੀਆਂ, ਜਿਹਦੇ ਵਿੱਚ ਕਿ ਆਪਾਂ ਬ੍ਰਿਟਿਸ਼ ਗਵਰਨਰ ਜਨਰਲ ਜਾਂ ਵਾਇਸਰੋਏ ਜਿਹੜੀ ਉਹਨਾਂ ਦੀਆਂ ਪਰਸਨੈਲਿਟੀ ਸੀ ਉਹਦੇ ਉੱਤੇ ਇੱਕ ਕਲਾਸ ਲੈ ਕੇ ਆਵਾਂਗੇ। ਇੱਕ ਕਲਾਸ ਆਪਣੀ ਜਿਹੜੇ ਇੰਡੀਅਨ ਫਰੀडम ਸਟਰਗਲ ਦੇ ਟਾਈਮ ਦੇ ਨਾ ਕੁਝ ਸਪੈਸ਼ਲ ਪਰਸਨੈਲਿਟੀ ਸੀਗੀਆਂ, ਉਹਦੇ ਉੱਤੇ ਨਾ ਕੁਝ ਇੰਪੋਰਟੈਂਟ MCQ ਬਣਦੇ ਹੁੰਦੇ ਨੇ, ਠੀਕ ਆ, ਜੋ 1 ਲਾਈਨਰ ਦੇ ਟਾਈਪ, ਜਿਹੜੇ ਕਿ ਹੁਣ PSSB ਦੇ ਪੇਪਰ ਦੇ ਵਿੱਚ ਬਣਨਗੇ, ਠੀਕ ਹੈ। PPSC ਦੇ ਵਿੱਚ ਹਾਲਾਂਕਿ ਉਦਾਂ ਦੇ ਕੁਐਸਚਨ ਨਹੀਂ ਬਣੇਗੇ। ਸੋ ਇੱਕ ਕਲਾਸ ਮੈਂ ਉਹਦੀ ਲੈ ਕੇ ਆਵਾਂਗਾ ਤੁਹਾਡੀ, ਠੀਕ ਆ ਜੀ। ਸੋ 2 ਕਲਾਸਾਂ ਤੁਹਾਡੀਆਂ ਮਾਡਰਨ ਹਿਸਟਰੀ ਹੋ ਜਾਣਗੀਆਂ। ਬਾਕੀ ਸਾਰਾ ਆਪਾਂ 1857 ਤੋਂ ਲੈ ਕੇ 2000 ਆਪਣਾ 1857 ਤੋਂ ਲੈ ਕੇ 1947 ਤੱਕ ਆਪਾਂ ਆਲਰੇਡੀ ਕਰ ਚੁੱਕੇ ਹਾਂ, ਠੀਕ ਆ ਜੀ। ਹਾਂਜੀ, ਠੀਕ ਹੈ ਜੀ। ਹੁਣ ਤੁਹਾਨੂੰ ਪਤਾ ਲੱਗ ਗਿਆ ਕਿ 2 ਕਲਾਸਾਂ ਆਪਣੀਆਂ ਜਿਹੜੀਆਂ ਨੇ, 2 ਕਲਾਸਾਂ ਆਪਣੀਆਂ ਰਹਿ ਗਈਆਂ ਹੋਈਆਂ ਮਾਡਰਨ ਹਿਸਟਰੀ ਦੀਆਂ, ਉਹ ਆਪਾਂ ਕਵਰ ਕਰ ਲਾਂਗੇ, ਠੀਕ ਹੈ। ਜੋ ਇੰਪੋਰਟੈਂਟ ਆਪਣੇ ਕੁਐਸਚਨ ਬਣ ਸਕਦੇ ਨੇ, ਠੀਕ ਹੈ ਜੀ। ਸੋ ਉਹ ਆਪਾਂ ਕਵਰ ਕਰ ਲਾਂਗੇ। ਹੁਣ ਆਉਂਦੇ ਹਾਂ ਜੀ ਆਪਾਂ ਜਿਹੜੀ ਦੂਜੀ ਆਪਣਾ ਪੋਲਿਟੀ ਦਾ ਸਬਜੈਕਟ ਚੱਲ ਰਿਹਾ
30 ਕਲਾਸਾਂ ਆਪਣੀਆਂ ਪੋਲਿਟੀ ਦੀਆਂ, ਟੋਟਲ 30 ਕਲਾਸਾਂ ਆਪਣੀਆਂ ਪੋਲਿਟੀ ਦੀਆਂ ਹੋਣਗੀਆਂ। 19 ਕਲਾਸਾਂ ਆਪਾਂ ਆਲਰੇਡੀ ਕਰ ਚੁੱਕੇ ਹਾਂ, ਹਾਈ ਕੋਰਟ ਤੱਕ ਆਪਾਂ, ਸੁਪਰੀਮ ਕੋਰਟ, ਹਾਈ ਕੋਰਟ ਤੱਕ ਆਪਾਂ ਕਰ ਚੁੱਕੇ ਹਾਂ। ਹਾਲਾਂਕਿ ਆਪਣੀਆਂ 11 ਕਲਾਸਾਂ ਇਹਦੀਆਂ ਅਜੇ ਵੀ ਪੈਂਡਿੰਗ ਪਈਆਂ ਨੇ, ਠੀਕ ਆ। 11 ਕਲਾਸਾਂ ਪੈਂਡਿੰਗ, ਕਿਉਂਕਿ ਪੋਲਿਟੀ ਆਪਾਂ ਡਿਟੇਲ 'ਚ ਕਰਨੀ ਆ। ਕੋਈ ਵੀ ਪੇਪਰ ਚੱਕ ਲਓ ਤੁਸੀਂ, ਪੋਲਿਟੀ ਦੇ ਬਹੁਤ ਵਧੀਆ ਲੈਵਲ ਦੇ ਕੁਐਸਚਨ ਪੁੱਛ ਰਹੇ ਨੇ, ਠੀਕ ਆ। ਚਾਹੇ PSSB ਬੋਰਡ ਹੋ ਜਾਵੇ, ਚਾਹੇ PPSC ਲੈਵਲ ਹੋ ਜਾਵੇ, ਠੀਕ ਆ, ਵਧੀਆ ਕੁਐਸਚਨ ਆ ਰਹੇ ਨੇ। ਤੇ ਦੈਨ ਅਗਰ ਆਪਾਂ ਗੱਲ ਕਰੀਏ, ਚਾਹੇ ਤੁਸੀਂ ਇਹਦੇ ਵਿੱਚ ਆਪਣੀਆਂ 19 ਕਲਾਸਾਂ ਹੋ ਗਈਆਂ ਨੇ, 11 ਕਲਾਸਾਂ ਰਹਿੰਦੀਆਂ ਨੇ ਆਪਣੀਆਂ, ਠੀਕ ਹੈ। 11 ਕਲਾਸਾਂ ਦੇ ਵਿੱਚ ਵੀ ਆਪਣਾ ਗਵਰਨਰ ਦਾ ਟੌਪਿਕ ਪਿਆ ਵਾ, ਠੀਕ ਹੈ ਜੀ। ਇੰਪੋਰਟੈਂਟ ਤੁਹਾਨੂੰ ਮੈਂ ਟੌਪਿਕ ਵੀ ਦੱਸ ਦਿੰਦਾ। ਸਟੇਟ ਲੈਜਿਸਲੇਚਰ ਰਹਿੰਦਾ, ਕੌਂਸਟੀਟਿਊਸ਼ਨਲ ਬੋਡੀਜ਼ ਰਹਿੰਦੀਆਂ ਨੇ ਆਪਣੀਆਂ, ਠੀਕ ਆ। ਸੋ ਪੰਚਾਇਤੀ ਰਾਜ ਸਿਸਟਮ ਵੀ ਆਪਣਾ ਰਹਿੰਦਾ ਵਾ। ਸੋ ਅਟਾਰਨੀ ਜਨਰਲ, ਕੌਂਸਟੀਟਿਊਸ਼ਨ ਬੋਡੀ ਦੇ ਅਟਾਰਨੀ ਜਨਰਲ ਹੋ ਗਿਆ, ਇਲੈਕਸ਼ਨ ਕਮਿਸ਼ਨ ਆਫ ਇੰਡੀਆ ਹੋ ਗਿਆ, ਇਹ ਸਾਰਾ ਆਪਣਾ ਰਹਿੰਦਾ ਵਾ ਜੀ, ਠੀਕ ਆ। ਸੋ ਇਹ ਵਾਲੀਆਂ ਮੈਂ 11 ਕਲਾਸਾਂ ਦੇ ਵਿੱਚ ਕੋਸ਼ਿਸ਼ ਕਰੂੰਗਾ ਕਿ 11 ਕਲਾਸਾਂ ਦੇ ਵਿੱਚ ਆਪਣੀ ਥਿਊਰੀ ਕੰਪਲੀਟ ਹੋ ਜਾਵੇ ਤੇ ਨਾਲ ਥੋੜੇ MCQ ਵੀ ਟੌਪਿਕ ਦੇ ਨਾਲ ਰਿਲੇਟਡ ਹੋ ਜਾਣ, ਠੀਕ ਆ। ਕਿਉਂਕਿ ਆਪਾਂ 10 ਤੋਂ 12 ਕੁਐਸਚਨ ਕਰ ਰਹੇ ਹਾਂ। ਹੁਣ ਨੈਕਸਟ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਕਿ ਇਹ ਹੁਣ ਆਪਣੀਆਂ 19 ਹੋ ਗਈਆਂ, 11 ਆਪਣੀਆਂ ਲਗਭਗ ਮੰਨ ਲਓ ਤੁਸੀਂ 2/3 ਸਿਲੇਬਸ ਇਹਦਾ ਆਪਣਾ ਨਿਬੜ ਚੁੱਕਿਆ ਵਾ ਪੋਲਿਟੀ ਦਾ, ਠੀਕ ਆ। ਤੇ ਮਾਡਰਨ ਹਿਸਟਰੀ ਦਾ ਲਗਭਗ 90% ਆਪਣਾ ਸਿਲੇਬਸ ਹੋ ਚੁੱਕਿਆ ਨਾ, ਸਿਰਫ 10% ਸਿਲੇਬਸ ਰਹਿੰਦਾ। ਉਹ ਮੈਂ ਤੁਹਾਡਾ ਦੋ ਕਲਾਸਾਂ ਹੋਣਗੀਆਂ ਜਾਂ 3 ਕਲਾਸਾਂ, ਉਹਦੇ ਵਿੱਚ ਮੈਂ ਫਿਨਿਸ਼ ਕਰ ਦੇਵਾਂਗਾ, ਠੀਕ ਆ। ਤੇ ਨੈਕਸਟ ਆਪਣਾ ਆ ਗਿਆ ਜੀ ਪੰਜਾਬ GK। ਹੁਣ ਪੰਜਾਬ GK ਦੇ ਵਿੱਚ ਤੁਸੀਂ ਦੇਖਣਾ ਕਿ ਪੰਜਾਬ GK ਦੇ ਵਿੱਚ ਟੋਟਲ ਆਪਣੀਆਂ 20 ਕਲਾਸਾਂ ਨੇ, ਠੀਕ ਹੈ ਜੀ। 20 ਕਲਾਸਾਂ ਹੋਣਗੀਆਂ। ਇਸ ਟਾਈਮ ਆਪਣੀਆਂ 8 ਕਲਾਸਾਂ ਹੋ ਚੁੱਕੀਆਂ ਨੇ, 12 ਕਲਾਸਾਂ ਹੋਰ ਹੋਣਗੀਆਂ ਆਪਣੀਆਂ ਇਹਦੀਆਂ ਪੰਜਾਬ GK ਦੀਆਂ, ਪੂਰੀ ਡਿਟੇਲ ਦੇ ਵਿੱਚ ਕਰਾਂਗੇ। ਸੋ ਉਸ ਤੋਂ ਬਾਅਦ ਆਪਣਾ ਕੋਈ ਵੀ ਕੁਐਸਚਨ ਬਾਹਰ ਨਹੀਂ ਜਾਏਗਾ, ਠੀਕ ਆ। ਸੋ ਇਹਦਾ ਵੀ ਤੁਸੀਂ ਸੋਚ ਸਕਦੇ ਹੋ ਕਿ 40% 45% ਆਪਣਾ ਟੌਪਿਕ ਆਲਮੋਸਟ ਪੰਜਾਬ GK ਦਾ ਵੀ ਕਵਰ ਹੋ ਚੁੱਕਿਆ ਵਾ। ਸੋ ਆਪਾਂ ਜੂਨ ਮਹੀਨੇ ਦੇ ਵਿੱਚ ਮੈਂ ਟਾਰਗੇਟ ਲੈ ਕੇ ਜਾ ਕੇ ਜੂਨ ਮਹੀਨੇ ਦੇ ਵਿੱਚ ਆਪਣੀਆਂ ਇਹ ਸਾਰੀਆਂ ਕਲਾਸਾਂ ਜਿਹੜੀਆਂ ਟੋਟਲ ਆਪਣੀਆਂ 67 ਕਲਾਸਾਂ ਹੋਣੀਆਂ ਨੇ, ਠੀਕ ਆ ਜੀ। 67 ਕਲਾਸਾਂ ਹੋਣੀਆਂ ਨੇ ਟੋਟਲ ਆਪਣੀਆਂ। ਇਸ ਟਾਈਮ ਦੇ ਉੱਤੇ 42 ਕਲਾਸਾਂ ਹੋ ਚੁੱਕੀਆਂ ਨੇ ਇਹਨਾਂ ਤਿੰਨਾਂ ਸਬਜੈਕਟਾਂ ਦੀਆਂ ਮਿਲਾ ਕੇ, 25 ਕਲਾਸਾਂ ਪੈਂਡਿੰਗ ਨੇ। ਸੋ ਇਹ 25 ਕਲਾਸਾਂ ਆਪਾਂ ਨੇ ਜੂਨ ਮਹੀਨੇ ਦੇ ਵਿੱਚ ਸਾਰੀਆਂ ਖਤਮ ਕਰ ਦੇਣੀਆਂ ਤੇ ਵਿਦ ਨਾਲ ਇਹਦੇ ਆਪਾਂ ਸਟੈਟਿਕ GK ਵੀ ਸ਼ੁਰੂ ਕਰਨੀ ਆ, ਕਿਉਂਕਿ ਜਲਦੀ ਹੀ ਆਪਣੀ ਜਿਹੜੀ ਇੱਕ ਕਲਾਸ ਫਿਨਿਸ਼ ਹੋਏਗੀ, ਜੋ ਕਿ ਪੰਜਾਬ GK ਮੈਂ ਕੋਸ਼ਿਸ਼ ਕਰਾਂਗਾ ਕਿ ਜਲਦੀ ਫਿਨਿਸ਼ ਹੋ ਜਾਵੇ। ਉਹਦੇ ਨਾਲ ਹੀ ਆਪਾਂ ਸਟੈਟਿਕ GK ਸਟਾਰਟ ਕਰ ਦੇਵਾਂਗੇ, ਕਿਉਂਕਿ ਸਟੈਟਿਕ GK ਦੇ ਵਿੱਚੋਂ ਕਾਫੀ ਕੁਐਸਚਨ ਬਣਦੇ ਨੇ। ਸੋ ਆਪਾਂ ਇੰਪੋਰਟੈਂਟ ਟੌਪਿਕ ਕਰ ਲਾਂਗੇ ਉਹਦੇ ਵਿੱਚੋਂ, ਠੀਕ ਹੈ ਜੀ। ਹੁਣ ਇਹ ਤੁਹਾਡਾ ਸਾਰਾ ਫਿਨਿਸ਼ ਹੋ ਗਿਆ, ਠੀਕ ਹੈ ਜੀ। ਹੁਣ ਨੈਕਸਟ ਚੀਜ਼ ਦੇਖੋ ਤੁਸੀਂ ਕਿ ਹੁਣ ਮੈਂ ਆ ਜਾਣਾ ਆਪਣਾ ਜਿਹੜਾ ਮੇਨ ਮੁੱਦੇ ਦੇ ਉੱਤੇ, ਕਿ ਇਸ ਟਾਈਮ ਦੇ ਉੱਤੇ ਜਿਹੜੇ ਆਪਾਂ ਸਬਜੈਕਟ ਕੀਤੇ ਨੇ ਉਹਦੇ ਵਿੱਚੋਂ ਕਿੰਨੇ ਕੁਐਸਚਨ PPSC ਨਾਇਬ ਤਹਿਸੀਲਦਾਰ ਦੇ ਪੇਪਰ ਦੇ ਵਿੱਚ ਆਏ ਨੇ, ਠੀਕ ਹੈ ਜੀ। ਬਾਕੀ ਦੇ ਪੇਪਰ ਤੁਸੀਂ ਆਪ, ਮੈਂ ਟੈਲੀਗ੍ਰਾਮ ਦੇ ਉੱਤੇ ਵੀ ਸ਼ੇਅਰ ਕੀਤੇ ਹੋਏ ਨੇ, ਜਿਹੜੇ 2021 ਦੇ ਵਿੱਚ ਪੇਪਰ ਹੋਏ ਨੇ PSSB ਦੇ ਜਿੰਨੇ ਵੀ, ਚਾਹੇ ਪਟਵਾਰੀ ਹੋ ਗਿਆ, ਜੇਲ੍ਹ ਵਾਰਡਨ ਹੋ ਗਿਆ, ਚਾਹੇ ਆਪਣਾ ਐਗਜ਼ਾਈਜ਼ ਇੰਸਪੈਕਟਰ ਹੋ ਗਿਆ, ਜੋ ਵੀ ਪੇਪਰ ਹੋਏ ਨੇ, ਜੇਲ੍ਹ ਸੁਪਰੀਡੈਂਟ ਹੋ ਗਿਆ, ਉਹਨਾਂ ਦੇ ਮੈਂ MCQ ਉਹਦੇ ਵਿੱਚ ਟੈਲੀਗ੍ਰਾਮ ਚੈਨਲ ਤੇ ਇੱਕ ਕਿਊਜ਼ ਦੇ ਰੂਪ ਦੇ ਵਿੱਚ ਪਾਏ ਹੋਏ ਨੇ, ਠੀਕ ਹੈ। ਜਿਹੜਾ ਸਬਜੈਕਟ ਆਪਾਂ ਕੀਤੇ ਨੇ ਅਜੇ, ਜਿਹੜੇ ਮਤਲਬ ਟੌਪਿਕ ਸਬਜੈਕਟ ਜਿਵੇਂ ਆਪਾਂ ਸਿਲੇਬਸ ਕਰੀ ਜਾਂਦੇ ਆ, ਉਹਦੇ ਮੁਤਾਬਕ ਮੈਂ ਪਾਏ ਹੋਏ ਨੇ। ਅਗਰ ਤੁਸੀਂ ਨਵੇਂ ਹੋ ਤਾਂ ਤੁਸੀਂ ਜਾ ਕੇ ਉਹਦੇ ਲਾਈਨ ਵਾਈਜ਼ ਤੁਸੀਂ ਜਾ ਕੇ ਦੇਖ ਸਕਦੇ ਹੋ ਕਿ ਜਿਹੜੇ ਪੇਪਰ ਅਫੀਸ਼ੀਅਲ 2021 ਚ ਕੁਐਸਚਨ ਰਿਪੀਟ ਹੋਏ ਨੇ ਉਹੀ ਮੈਂ ਪਾਏ ਨੇ। ਸੋ ਉਹ ਤੁਸੀਂ ਜਾ ਕੇ ਅਟੈਂਪਟ ਕਰੋ, ਜਿਨ੍ਹਾਂ ਨੇ ਨਹੀਂ ਕੀਤੇ, ਜਿਹਨੇ ਕਰ ਵੀ ਲਏ ਤਾਂ ਉਹ ਜਾ ਕੇ ਤੁਸੀਂ ਆਪਦੇ ਅਫੀਸ਼ੀਅਲ ਦੇ ਨਾਲ ਮਿਲਾ ਵੀ ਸਕਦੇ ਹੋ, ਠੀਕ ਹੈ ਜੀ। ਸੋ ਇਦਾਂ ਦੀ ਕੋਈ ਗੱਲ ਨਹੀਂ ਕਿ ਜਿਹੜੀ ਚੀਜ਼ ਆਪਾਂ ਕਰਵਾ ਰਹੇ ਹਾਂ ਪੇਪਰ ਤੁਹਾਡਾ ਉਹਦੇ ਵਿੱਚੋਂ ਹੀ ਲਗਭਗ ਆਏਗਾ। ਬਾਕੀ GK ਇੱਕ ਇਦਾਂ ਦਾ ਸਬਜੈਕਟ ਹੁੰਦਾ ਕਿ 100% ਤੁਸੀਂ ਇਹਨੂੰ ਨਹੀਂ ਕਰ ਸਕਦੇ ਹੁੰਦੇ। ਮੈਂ ਤੁਹਾਨੂੰ ਬਾਰ-ਬਾਰ ਕਿਹਾ, ਬਟ ਜਿਹੜੀ ਚੀਜ਼ ਸੌਖੀ ਬਣਦੀ ਆ, ਜਿਹੜੀ ਚੀਜ਼ ਆਪਾਂ ਨੂੰ ਪਤਾ ਕਿ ਇਹਦੇ ਵਿੱਚੋਂ ਕੁਐਸਚਨ ਆਉਣਾ ਹੀ ਆਉਣਾ, ਉਹ ਆਪਾਂ ਨੇ ਇਹਦੇ ਵਿੱਚੋਂ ਕਵਰ ਕਰਨੀ ਆ ਤੇ ਉਹ ਆਪਾਂ ਨੂੰ ਯਾਦ ਵੀ ਹੋਣੀ ਚਾਹੀਦੀ ਆ, ਠੀਕ ਹੈ ਜੀ। ਸੋ ਦੇਖੋ ਹੁਣ ਅੱਗੇ ਇਹਦੇ ਵਿੱਚ ਆਪਣੇ ਜਿਹੜੇ ਕੁਐਸਚਨ ਬਣੇ ਨੇ, ਜਿਹੜੇ ਮੈਂ ਤੁਹਾਨੂੰ ਇਹਦੀ ਗੱਲ ਕਰਾਂ ਕਿ ਆਹ ਕੁਐਸਚਨ ਬਣੇ ਹੋਏ ਨੇ, ਟੋਟਲ ਜੀ 20 ਕੁਐਸਚਨ ਆਏ ਨੇ, ਠੀਕ ਹੈ ਜੀ। 20 ਕੁਐਸਚਨ ਇੰਡੀਅਨ ਪੋਲਿਟੀ, ਠੀਕ ਹੈ ਜੀ, ਪੋਲਿਟੀ ਦੇ ਵਿੱਚੋਂ ਤੇ ਮਾਡਰਨ ਹਿਸਟਰੀ ਦੇ ਵਿੱਚੋਂ ਤੇ ਪੰਜਾਬ GK ਦੇ ਵਿੱਚੋਂ, ਠੀਕ ਹੈ। ਟੋਟਲ 20 ਕੁਐਸਚਨ ਆਏ ਨੇ, ਜਿਹਦੇ ਵਿੱਚੋਂ ਕਿ ਪੰਜਾਬ GK ਦੇ 6 ਕੁਐਸਚਨ ਆਏ ਨੇ, ਠੀਕ ਹੈ ਜੀ। ਸੋ ਮੈਂ ਤੁਹਾਨੂੰ ਇੱਥੇ ਦੱਸ ਦਿੰਦਾ ਕਿ ਜਿਹੜੇ ਪੰਜਾਬ GK ਆ, ਪੰਜਾਬ GK ਦੇ ਸਾਡੇ 6 ਕੁਐਸਚਨ ਆਏ ਨੇ ਟੋਟਲ। ਮੈਂ ਪੇਪਰ ਦੇ ਵਿੱਚ ਗੱਲ ਕਰ ਰਿਹਾ ਕਿ ਪੇਪਰ ਦੇ ਵਿੱਚ ਇੰਨੇ ਕੁਐਸਚਨ ਆਏ ਨੇ। ਤੇ ਆਪਣੇ ਅਗਰ ਆਪਾਂ ਗੱਲ ਕਰੀਏ ਮਾਡਰਨ ਹਿਸਟਰੀ ਦੇ ਵੀ 6 ਕੁਐਸਚਨ ਆਏ ਨੇ, ਠੀਕ ਹੈ। ਮਾਡਰਨ ਇਹਦੇ ਨਾਲ ਐਂਸ਼ੀਅੰਟ ਤੇ ਮੈਡੀਵਲ ਹਿਸਟਰੀ ਦੇ ਲਗਭਗ 3-4 ਕੁਐਸਚਨ ਆਏ ਹੋਏ ਨੇ। ਸੋ ਅਜੇ ਆਪਾਂ ਐਂਸ਼ੀਅੰਟ ਮੈਡੀਵਲ ਨਹੀਂ ਕੀਤੀ ਗੀ, ਉਹ ਵੀ ਆਪਾਂ 2 ਕਲਾਸਾਂ ਦੇ ਵਿੱਚ ਫਿਨਿਸ਼ ਕਰ ਦਾਂਗੇ। ਉਹ ਵੀ ਆਪਾਂ ਸਿਲੈਕਟਿਵ ਹੀ ਪੜ੍ਹਨਾ ਵਾ ਕਿ ਹਾਂ ਜਿਹਦੇ ਵਿੱਚੋਂ ਕੁਐਸਚਨ ਪੁੱਛਦੇ ਨੇ, ਠੀਕ ਹੈ। ਜਿੱਦਾਂ ਕਿ ਇੱਕ ਕੁਐਸਚਨ ਆਇਆ ਹੋਇਆ ਸੀਗਾ ਆਪਣਾ, ਇੱਕ ਕੁਐਸਚਨ PPSC ਦੇ ਇਸੇ ਪੇਪਰ ਦੇ ਵਿੱਚ ਇਹਨਾਂ ਨੇ ਜੋ ਹੜੱਪਾ ਦੀਆਂ ਜੋ ਇੰਡਸ ਵੈਲੀ ਸਿਵਲਾਈਜੇਸ਼ਨ ਦੀਆਂ ਜੋ ਸਾਈਟਸ ਨੇ ਉਹਨੂੰ ਪੁੱਛ ਲਿਆ ਸੀ, ਕਿ ਡੇਟ ਵਾਈਜ਼ ਪੁੱਛ ਲਿਆ ਸੀ। ਸੋ ਇਦਾਂ ਦੇ ਕੁਐਸਚਨ ਆਪਾਂ ਕਰ ਲਾਂਗੇ, ਕੋਈ ਦਿੱਕਤ ਨਹੀਂ ਗੀ। ਸੋ ਦੇਖੋ ਜੀ, ਹੁਣ ਮੈਂ ਤੁਹਾਨੂੰ ਕਿਹਾ ਸੀਗਾ 6 ਪੰਜਾਬ GK ਦੀਆਂ 6, ਮਾਡਰਨ ਹਿਸਟਰੀ ਦੇ 6 ਕੁਐਸਚਨ ਆਏ ਹੋਏ ਨੇ। ਤੇ ਇੰਡੀਅਨ ਪੋਲਿਟੀ ਦੀ ਅਗਰ ਆਪਾਂ ਗੱਲ ਕਰਾਂ ਤਾਂ ਲਗਭਗ 8 ਦੇ ਨੇੜੇ ਕੁਐਸਚਨ ਪੁੱਛੇ ਗਏ ਨੇ ਪੇਪਰ ਦੇ ਵਿੱਚ। ਟੋਟਲ ਹੋ ਗਏ ਜੀ ਸਾਡੇ ਕੋਲੇ 20 ਹੋ ਗਏ ਟੋਟਲ 20 ਕੁਐਸਚਨ। ਆਪਣੀ ਕਲਾਸਾਂ ਦੇ ਵਿੱਚੋਂ ਕਿੰਨੇ ਕੁਐਸਚਨ ਆਏ ਨੇ, ਠੀਕ ਹੈ ਜੀ। ਸੋ ਆਪਣੀ ਕਲਾਸਾਂ ਦੇ ਵਿੱਚੋਂ ਕਿੰਨੇ ਕੁਐਸਚਨ, ਇਹਦੇ ਵਿੱਚੋਂ 20 ਦੇ ਵਿੱਚੋਂ ਰਿਪੀਟ ਹੋਏ ਨੇ। 20 ਦੇ ਵਿੱਚੋਂ 12 ਕੁਐਸਚਨ ਆਪਣੇ ਡਾਇਰੈਕਟ ਆਪਣੀਆਂ ਕਲਾਸਾਂ ਦੇ ਵਿੱਚੋਂ ਕੰਪਲੀਟ ਹੋਏ ਨੇ। ਤੇ ਜਿਹੜੇ ਥੋੜਾ ਬਹੁਤ ਵੀ ਡਾਊਟ ਹੋਇਆ ਹੈ, ਆਪਸ਼ਨਸ ਐਲੀਮੀਨੇਟ ਕਰਕੇ ਤੁਸੀਂ ਆਰਾਮ ਦੇ ਨਾਲ ਕੁਐਸਚਨ ਕੀਤੇ ਹੋਣਗੇ। ਸੋ ਮੈਂ ਇਹਦੇ ਨਾਲ ਤੁਹਾਨੂੰ ਵਿਦ ਪ੍ਰੂਫ ਦਿਖਾਵਾਂਗਾ ਕਿ ਕਿਹੜੇ ਕੁਐਸਚਨ ਕਵਰ ਹੋਏ ਨੇ। ਜਿਹੜੇ 12 ਕੁਐਸਚਨ ਮੈਂ ਤੁਹਾਨੂੰ ਕਹਿ ਰਿਹਾ ਕਿ 20 ਦੇ ਵਿੱਚੋਂ 12 ਕੁਐਸਚਨ ਇਹਨਾਂ 3 ਸਬਜੈਕਟਾਂ 'ਚੋਂ ਕਵਰ ਹੋਏ ਨੇ, ਕਿਹੜੇ ਹੋਏ ਨੇ ਵਿਦ ਪ੍ਰੂਫ, ਕਿੰਨੇ ਨੰਬਰ ਕਲਾਸ ਦੇ ਵਿੱਚ ਕਿੱਥੇ ਉਹ ਟੌਪਿਕ ਪਿਆ ਵਾ। ਸੋ ਥੋੜਾ ਬਹੁਤ ਅਗਰ ਆਪਸ਼ਨ ਦਾ
ਦਾ ਫਰਕ ਹੋਏਗਾ ਉਹ ਤੁਹਾਨੂੰ ਐਲੀਮੀਨੇਟ ਖੁਦ ਕਰਨੀਆਂ ਪੈਣਗੀਆਂ, ਕਿਉਂਕਿ ਜਦੋਂ ਵੀ ਆਪਾਂ ਨੂੰ ਸਟੇਟਮੈਂਟ ਬੇਸਡ ਕੁਐਸਚਨ ਆਉਂਦੇ ਹੁੰਦੇ ਨੇ ਨਾ, ਸਟੇਟਮੈਂਟ ਬੇਸ ਦੇ ਵਿੱਚ ਆਪਾਂ ਨੂੰ ਖੁਦ ਨੂੰ ਸੋਚਣਾ ਪੈਂਦਾ ਹੁੰਦਾ ਕਿ ਹਾਂ ਸਾਡੀ ਮਤਲਬ ਇੱਥੋਂ 4 ਤੋਂ ਸ਼ੁਰੂ ਹੋ ਰਿਹਾ, ਸਾਨੂੰ ਪਤਾ ਵਾ ਕਿ ਆਹ ਦੋ ਚੀਜ਼ਾਂ ਤਾਂ ਬਰਾਬਰ ਹੋ ਸਕਦੀਆਂ ਨੇ, ਸੋ ਇਹਨੂੰ ਕੱਟ ਕਰ ਦਿਓ, ਇਹਨੂੰ ਕੱਟ ਕਰ ਦਿਓ, ਇਹਨੂੰ ਕੱਟ ਕਰ ਦਿਓ, ਸੋ ਉਸ ਅਕੋਰਡਿੰਗ ਤੁਸੀਂ ਕਰ ਸਕਦੇ ਹੁੰਦੇ ਹੋ। ਠੀਕ ਹੈ ਜੀ। ਸੋ ਹੁਣ ਮੈਂ ਤੁਹਾਨੂੰ ਦੱਸਦਾ ਜੀ ਹੁਣ ਕਿਹੜੇ ਕਿਹੜੇ ਕੁਐਸਚਨ ਆਪਣੇ ਕਵਰ ਹੋਏ ਨੇ। ਠੀਕ ਹੈ, 20 ਦੇ ਵਿੱਚੋਂ 12 ਕੁਐਸਚਨ ਕਵਰ ਹੋਏ ਨੇ। ਮੈਂ ਦੁਬਾਰਾ ਤੁਹਾਨੂੰ ਦੱਸ ਦਿੰਦਾ ਵਾਂ, ਟੋਟਲ 20 ਦੇ ਵਿੱਚੋਂ 12 ਕੁਐਸਚਨ ਆਪਣੇ ਕਵਰ ਹੋਏ ਨੇ। ਸਬਜੈਕਟ ਇਸ ਸਬਜੈਕਟਾਂ ਦੇ ਆਪਣੇ 67 ਦੇ ਵਿੱਚੋਂ 25 ਕਲਾਸਾਂ ਆਪਣੀਆਂ ਹੋ ਗਈਆਂ ਨੇ। ਤੁਸੀਂ ਸੋਚ ਸਕਦੇ ਹੋ ਕਿ ਜਿਹੜੀ ਪਰਸੈਂਟੇਜ ਬਣ ਰਹੀ ਆ, ਆਪਾਂ ਅਗਰ 67 ਦੇ ਵਿੱਚੋਂ 42 ਕਲਾਸਾਂ ਕੀਤੀਆਂ ਨੇ ਤਾਂ ਲਗਭਗ 63% ਹੋ ਗਿਆ। ਠੀਕ ਹੈ, 67 ਦੇ ਵਿੱਚੋਂ ਅਗਰ ਆਪਾਂ 42 ਕਲਾਸਾਂ ਇਸ ਟਾਈਮ ਦੇ ਉੱਤੇ ਕਵਰ ਕੀਤੀਆਂ ਨੇ ਸਿਲੇਬਸ ਦੀਆਂ ਤਾਂ ਇਹ ਲਗਭਗ 63% ਹੋ ਗਿਆ। ਠੀਕ ਹੈ, 63% ਸਾਡਾ ਹੋ ਗਿਆ ਵਾ, ਕਵਰ ਹੋ ਗਿਆ ਵਾ। ਤੇ ਜਿਹੜੇ ਕੁਐਸਚਨ ਕਿੰਨੇ ਕਵਰ ਹੋਏ ਆ, 20 ਦੇ ਵਿੱਚੋਂ ਆਪਣੇ 12 ਕਵਰ ਹੋ ਗਏ ਆ, ਤਾਂ ਇਹਦਾ ਮਤਲਬ ਲਗਭਗ ਤੁਸੀਂ ਲਾ ਲਓ ਵੀ 60-65% ਦਾ ਇਹ ਵੀ ਕਵਰ ਹੋ ਹੀ ਗਿਆ ਵਾ, ਤੁਹਾਡਾ 65% ਦੇ ਨੇੜੇ ਤੇੜੇ ਕਵਰ ਹੋ ਗਿਆ ਹੋਇਆ ਵਾ। ਠੀਕ ਆ, ਸੋ ਲਗਭਗ ਜਿਹੜਾ ਰੇਸ਼ੀਓ ਆ ਉਹ ਬਰਾਬਰ ਹੀ ਆ ਰਿਹਾ। ਜਿਹੜੇ 40% ਨਹੀਂ ਕਵਰ ਹੋਇਆ ਉਹਦੇ ਆਪਣੇ ਕੁਝ ਟੌਪਿਕ ਰਹਿੰਦੇ ਵੀ ਨੇ ਤੇ ਕੁਝ ਟੌਪਿਕ ਔਖੇ ਵੀ ਆਏ ਸੀ। ਮੈਂ ਤਾਂ ਨਹੀਂ ਕਹਿੰਦਾ ਕਿ ਸਾਰੇ ਹੀ ਰਹਿੰਦੇ ਸੀ। ਅਗਰ ਆਪਣੇ 8 ਕੁਐਸਚਨ ਨਹੀਂ ਆਏਗੇ ਇਹਦੇ ਵਿੱਚੋਂ, ਅਗਰ ਮੈਂ ਗੱਲ ਕਰਾਂਗਾ ਤੇ 4-5 ਕੁਐਸਚਨ ਇਹੋ ਜਿਹੇ ਨੇ ਜਿਹੜੀਆਂ ਕਿ ਆਪਣਾ ਜਦੋਂ ਅਗਲਾ ਸਿਲੇਬਸ ਰਹਿੰਦਾ ਵਾ ਉਹ ਪੂਰਾ ਹੋਊਗਾ ਤਾਂ ਉਹਦੇ ਵਿੱਚੋਂ ਕਵਰ ਹੋ ਜਾਣਗੇ। ਬਟ 2-3 ਕੁਐਸਚਨ ਇਦਾਂ ਦੇ ਵੀ ਆਏ ਨੇ ਜਿਹੜੇ ਕਿ ਥੋੜੇ ਜਿਹੇ ਹੱਲ ਕਰਨੇ ਔਖੇ ਸੀਗੇ। ਠੀਕ ਆ, ਥੋੜੇ ਜਿਹੇ ਜ਼ਿਆਦਾ ਔਖੇ ਪਾਤੇ ਸੀ। ਸੋ ਸਭ ਲਈ ਔਖੇ ਹੁੰਦੇ ਨੇ। ਕਿਸੇ ਵੀ ਪੇਪਰ 'ਚ ਜਾਓਗੇ ਉਦਾਂ ਦੇ ਹਾਰਡ ਲੈਵਲ ਦੇ ਕੁਐਸਚਨ ਤੁਹਾਨੂੰ ਹਰੇਕ ਜਗ੍ਹਾ ਦੇਖਣ ਨੂੰ ਮਿਲਣਗੇ। ਸੋ ਉਦਾਂ ਦੇ ਕੁਐਸਚਨ ਦੇ ਪਿੱਛੇ ਆਪਾਂ ਜ਼ਿਆਦਾ ਮੱਥਾ ਨਹੀਂ ਖਰਾਬ ਕਰਨਾ, ਆਪਾਂ ਸਿਰਫ ਉਹੀ ਕਰਨਾ ਜਿਹੜੇ ਜ਼ਿਆਦਾਤਰ ਆਉਂਦੇ ਨੇ। ਠੀਕ ਆ, ਸਿਰਫ 1-2 ਕੁਐਸਚਨ ਦੇ ਪਿੱਛੇ ਆਪਾਂ ਦਿਮਾਗ ਇੰਨਾ ਖਰਾਬ ਨਹੀਂ ਕਰਨਾ। ਹੁਣ ਦੇਖੋ ਜੀ, ਆਹ ਕੁਐਸਚਨ ਆਇਆ ਸੀ ਜੀ ਇੰਡੀਪੈਂਡੈਂਸ ਐਕਟ 1947 ਦੇ ਹਿਸਾਬ ਦੇ ਨਾਲ। ਇਹਨਾਂ ਨੇ ਪੁੱਛ ਲਿਆ ਕਿ ਬ੍ਰਿਟਿਸ਼ ਗਵਰਨਮੈਂਟ ਨੇ ਸੈਂਡ ਕੀਤਾ ਸੀ ਕ੍ਰਿਪਸ ਨੂੰ। ਸੋ ਮੈਂ ਜ਼ਿਆਦਾ ਐਕਸਪਲੇਨ ਨਹੀਂ ਕਰੂੰਗਾ ਕਿਉਂਕਿ ਫਿਰ ਵੀਡੀਓ ਜ਼ਿਆਦਾ ਹੋ ਜਾਏਗੀ। ਸੋ ਮੈਂ ਤੁਹਾਨੂੰ ਸਿੱਧਾ ਦੱਸ ਦਿੰਦਾ ਕਿ ਆਹ ਆਪਣੇ ਕੁਐਸਚਨ ਆਏ ਸੀ, ਆਹ ਪਈਆਂ ਨੇ ਆਪਸ਼ਨਾਂ। ਉਹਨਾਂ ਨੇ ਪੁੱਛ ਲਿਆ ਕਿ ਜਿਹੜੇ ਇਹਨਾਂ ਨੂੰ ਆਰਡਰ ਵਾਈਜ਼ ਦੱਸੋ। ਸੋ ਇਹ ਮੈਂ ਤੁਹਾਨੂੰ ਟੈਲੀਗ੍ਰਾਮ ਦੇ ਉੱਤੇ ਐਜ਼ ਏ ਕੁਇਜ਼ ਪਾ ਦਾਂਗਾ। ਠੀਕ ਹੈ ਜੀ। ਸੋ ਉਸ ਤੋਂ ਬਾਅਦ ਤੁਸੀਂ ਆਪ ਹੱਲ ਕਰ ਸਕਦੇ ਹੋ ਇਹਨੂੰ। ਸੋ ਇਹਦੇ ਵਿੱਚ ਦੇਖੋ ਜੀ ਆਪਣੀਆਂ ਕਲਾਸਾਂ ਲੱਗੀਆਂ ਹੋਈਆਂ ਨੇ। ਆਹ ਮੈਂ ਤੁਹਾਨੂੰ ਕਲਾਸ ਦਿਖਾ ਰਿਹਾ। ਆਹ ਦੇਖੋ ਜੀ, ਮਾਡਰਨ ਹਿਸਟਰੀ ਦੀ 12 ਤੇ 15 ਨੰਬਰ ਕਲਾਸ ਆਪਣੀ ਖੋਲੋ। ਉਹਦੇ ਵਿੱਚ ਤੁਹਾਨੂੰ ਇਹਦੀਆਂ ਡੇਟਸ ਮਿਲ ਜਾਣਗੀਆਂ। ਦੇਖੋ 42 ਦੇ ਵਿੱਚ ਕ੍ਰਿਪਸ ਮਿਸ਼ਨ ਆਇਆ ਸੀ। ਠੀਕ ਆ, 29 ਦੇ ਵਿੱਚ ਪੂਰਨ ਸਵਰਾਜ। ਆਹ ਦੇਖੋ 1929 ਦੇ ਵਿੱਚ ਜਵਾਹਰ ਲਾਲ ਨਹਿਰੂ ਦੇ ਸੁਤੰਤਰਤਾ ਦਿਵਸ ਨੂੰ ਜਿਹੜਾ ਇੰਡੀਪੈਂਡੈਂਸ ਡੇ ਮਨਾਇਆ ਸੀ ਆਪਾਂ। ਠੀਕ ਆ, ਸੋ ਇਹ ਆਪਣਾ ਕਵਰ ਹੋ ਗਿਆ। ਤੇ ਠੀਕ ਹੈ, 12 ਨੰਬਰ ਕਲਾਸ 'ਚ ਹੁਣ ਆਹ ਆਪਣੀ 13 ਨੰਬਰ ਕਲਾਸ ਸੀ ਸ਼ਾਇਦ। ਉਹਦੇ ਵਿੱਚ 1942 'ਚ ਸਾਰਿਆਂ ਨੂੰ ਪਤਾ ਕਿ ਕ੍ਰਿਪਸ ਮਿਸ਼ਨ ਕਦੋਂ ਆਇਆ ਸੀ। ਠੀਕ ਹੈ, ਸੋ ਇਹਨਾਂ ਨੇ ਕ੍ਰਿਪਸ ਮਿਸ਼ਨ ਬਾਰੇ ਵੀ ਪੁੱਛਿਆ ਹੋਇਆ ਵਾ। ਸੋ ਉਹਨਾਂ ਨੇ ਇੱਕ ਦੇਖੋ ਕਿੰਨਾ ਕਨਸੈਪਚੁਅਲ ਕੁਐਸਚਨ ਪੁੱਛਿਆ ਕਿ ਜਿਹੜਾ ਕਲੈਮਟ ਐਟਲੀ ਸੀਗਾ ਉਹ ਪ੍ਰਾਈਮ ਮਿਨਿਸਟਰ ਕਦੋਂ ਬਣਿਆ ਸੀ ਬ੍ਰਿਟੇਨ ਦਾ, ਉਹਦੀ ਵੀ ਉਹਨਾਂ ਨੇ ਡੇਟ ਪੁੱਛ ਲਈ ਹੋਈ ਆ। ਠੀਕ ਆ, ਤੇ ਪਲੱਸ ਉਹਨਾਂ ਨੇ ਐਂ ਵੀ ਪੁੱਛ ਲਿਆ ਨਾਲ ਕਿ ਉਸ ਤੋਂ ਬਾਅਦ ਉਹਨੇ 3 ਮੈਂਬਰ ਦਾ ਜਿਹੜਾ ਕੈਬਨਿਟ ਮਿਸ਼ਨ ਲਈ ਉਹ ਬਣਾਇਆ ਸੀ ਉਹ ਕਦੋਂ ਬਣਾਇਆ। ਸੋ ਉਹਨੂੰ ਡੇਟ ਵਾਈਜ਼ ਪੁੱਛਿਆ ਕਿ ਪਹਿਲਾਂ ਕਿਹੜੀ ਚੀਜ਼ ਹੋਈ ਸੀ। ਹੁਣ ਇਹਦੇ ਵਿੱਚ ਅਗਰ ਆਪਾਂ ਐਲੀਮੈਂਟ ਪੂਰਾ ਵੀ ਨਹੀਂ, ਤੁਹਾਨੂੰ ਮੈਂ ਇੱਕ ਅੱਧਾ ਕੁਐਸਚਨ ਇਦਾਂ ਕਰਕੇ ਦਿਖਾ ਦਿੰਦਾ ਵਾਂ। ਹੁਣ ਦੇਖੋ ਇੱਥੇ ਆਪਣਾ ਕਵਰ ਹੋ ਰਿਹਾ ਵਾ ਨਾ ਬਈ ਸਾਰਿਆਂ ਤੋਂ ਪਹਿਲਾਂ ਕ੍ਰਿਪਸ ਮਿਸ਼ਨ ਆਇਆ ਸੀ। ਠੀਕ ਹੈ, ਕ੍ਰਿਪਸ ਮਿਸ਼ਨ ਆ। ਇਸ ਤੋਂ ਪਹਿਲਾਂ ਇਹ ਕੁਐਸਚਨ ਦੇ ਹਿਸਾਬ ਨਾਲ ਪੂਰਨ ਸਵਰਾਜ 1929 ਦੇ ਵਿੱਚ ਹੋਇਆ ਸੀ। ਸੋ 1 ਨੰਬਰ ਇਹ ਬਣ ਗਿਆ ਆਪਣਾ। ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਜਿਹੜਾ ਸਰ ਸਟੇਫੋਰਡ ਕ੍ਰਿਪਸ ਸੀਗਾ, ਕ੍ਰਿਪਸ ਨੂੰ ਭੇਜਿਆ ਸੀਗਾ। ਠੀਕ ਹੈ, ਇੰਡੀਆ ਦੀ ਇਹ ਰਿਸੋਲਵ ਕਰਨ ਲਈ। ਸੋ 2 ਨੰਬਰ ਤੇ ਇਹ ਬਣ ਗਿਆ ਸੀਗਾ। ਠੀਕ ਹੈ, ਬ੍ਰਿਟਿਸ਼ ਗਵਰਨਮੈਂਟ ਨੇ ਕਿਹਾ ਇਹਨਾਂ ਨੇ। 3 ਨੰਬਰ ਤੇ ਦੇਖੋ ਕਿਹੜਾ ਬਣ ਗਿਆ। 3 ਨੰਬਰ ਦੇ ਉੱਤੇ ਉਹ ਕਹਿੰਦਾ ਜੀ 3 ਨੰਬਰ ਦਾ ਕੈਬਨਿਟ ਮਿਸ਼ਨ ਪਲਾਨ ਪਹਿਲਾਂ ਅਪਾਉਂਡ ਕੀਤਾ ਸੀ, ਪਹਿਲਾਂ ਨਹੀਂ ਸੀ ਕੀਤਾ ਜੀ। ਕਲੈਮਟ ਐਟਲੀ, ਆਹ ਦੇਖੋ ਇੱਥੋਂ ਸਾਫ਼ ਦਿੱਤਾ ਕਲੈਮਟ ਐਟਲੀ ਜਦੋਂ ਬ੍ਰਿਟੇਨ ਦੇ ਵਿੱਚ ਲੇਬਰ ਪਾਰਟੀ ਆਈ ਸੀ, ਐਟਲੀ ਇਹਦੇ ਉਹ ਬਣੇ ਸੀ। ਉਸ ਤੋਂ ਬਾਅਦ ਇਹਨਾਂ ਨੇ ਦੇਖੋ ਸੇਮ ਇਸੇ ਕਲਾਸ ਦੇ ਵਿੱਚ ਬ੍ਰਿਟਿਸ਼ ਪ੍ਰਧਾਨ ਮੰਤਰੀ ਐਟਲੀ ਸਰਕਾਰ ਨੇ 1946 ਦੇ ਵਿੱਚ ਸਾਫ਼ ਲਿਖਿਆ ਹੋਇਆ ਕਿ ਭਾਰਤ ਨੂੰ ਇਹਨਾਂ ਦਾ ਭੇਜਿਆ, ਇਹਨਾਂ ਦਾ 3 ਜਣਿਆਂ ਦਾ ਮੈਂਬਰਾਂ ਦਾ ਭੇਜਿਆ ਜਿਹੜੇ ਲਾਰੈਂਸ ਸੀ, ਕ੍ਰਿਪਸ ਸੀ ਜਾਂ ਏਵੀ ਅਲੈਗਜ਼ੈਂਡਰ ਸੀ। ਸੋ ਇਹਦੇ ਨਾਲ ਤੁਹਾਡਾ ਆਰਾਮ ਦੇ ਨਾਲ ਆਪਸ਼ਨਸ ਐਲੀਮੀਨੇਟ। ਆ ਕਿਸੇ ਬੱਚੇ ਨੇ ਗਲਤ ਕੀਤਾ ਹੋਇਆ ਵਾ, ਸੋ ਉਹਨੇ ਥੋੜਾ ਜਿਹਾ ਕਨਫਿਊਜ਼ ਹੋ ਗਿਆ ਹੋਵੇਗਾ, ਸੋ ਚੰਗੀ ਤਰ੍ਹਾਂ ਨਹੀਂ ਕੀਤਾ ਹੋਵੇਗਾ। ਸੋ ਇਹਦਾ ਆਨਸਰ ਕਿਹੜਾ ਬਣੇਗਾ? ਇਹਦਾ ਆਨਸਰ 4 ਨੰਬਰ ਆਨਸਰ ਮਾਰ ਰਿਹਾ। ਠੀਕ ਹੈ, 1929 ਦੇ ਵਿੱਚ ਇਹ ਚੀਜ਼ ਹੋਈ ਸੀ, ਕੰਪਲੀਟ ਰੈਜ਼ੋਲੂਸ਼ਨ ਹੋਇਆ ਸੀਗਾ। ਸੋ ਉਸ ਤੋਂ ਬਾਅਦ 1942 ਦੇ ਵਿੱਚ ਆਪਣਾ ਹੋਇਆ ਸੀ ਕ੍ਰਿਪਸ ਮਿਸ਼ਨ ਆਇਆ ਸੀਗਾ ਇੰਡੀਆ ਦੇ ਵਿੱਚ। ਤੇ ਉਸ ਤੋਂ ਬਾਅਦ ਬ੍ਰਿਟਿਸ਼ ਦਾ ਜਿਹੜਾ ਪਾਰਲੀਮੈਂਟ ਉਹ ਬਣੀ ਸੀ 1945 ਦੇ ਵਿੱਚ, ਇਹ ਬਣੀ ਸੀ। ਸੋ ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ 1946 ਦੇ ਵਿੱਚ ਇਹਨਾਂ ਨੇ ਕੈਬਨਿਟ ਮਿਸ਼ਨ ਪਲਾਨ ਭੇਜਿਆ ਸੀ। ਸੋ ਇਹ ਵਾਲੀ ਆਪਸ਼ਨ ਆਪਣੀ ਸਹੀ ਹੈ। ਸੋ ਮੈਂ ਤੁਹਾਨੂੰ ਇੱਕ ਐਕਸਪਲੇਨ ਕਰਦਾ, ਸਾਰੇ ਐਕਸਪਲੇਨ ਨਹੀਂ ਕਰਾਂਗਾ ਕਿਉਂਕਿ ਆਪਾਂ ਇਸ ਟਾਈਮ ਵੀਡੀਓ ਸਿਰਫ ਇਹ ਦੇਖਣ ਲਈ ਬਣਾ ਰਹੇ ਹਾਂ ਕਿ ਪੇਪਰ ਦੇ ਵਿੱਚ ਆਪਣੇ ਕੁਐਸਚਨ ਕਵਰ ਹੋ ਰਹੇ ਨੇ, ਆਪਾਂ ਨੂੰ ਆਪਣੇ ਨੋਟਸ ਪੜ੍ਹਨ ਦਾ ਫਾਇਦਾ ਹੋ ਵੀ ਰਿਹਾ ਕਿ ਨਹੀਂ ਹੋ ਰਿਹਾ। ਠੀਕ ਹੈ ਜੀ, ਹੁਣ ਦੇਖ ਲਓ ਇਹ ਵਾਲਾ ਕੁਐਸਚਨ ਹੋ ਤੁਹਾਡਾ ਹੋ ਗਿਆ ਸਾਰਾ। ਮੈਂ ਤੁਹਾਨੂੰ ਦੱਸਦਾ ਕਿ ਇੰਨੇ ਦੇ ਵਿੱਚ ਕਵਰ ਆ। ਹੁਣ ਇੱਕ ਕੁਐਸਚਨ ਮੈਂ ਤੁਹਾਨੂੰ ਹੋਰ ਕਰਵਾ ਰਿਹਾ ਵਾਂ। ਸੋ ਆਪਾਂ ਸ਼ੁਰੂ ਤੋਂ ਪਹਿਲੇ ਕੁਐਸਚਨ ਤੋਂ ਸ਼ੁਰੂ ਕਰ ਦਿੰਦੇ ਹਾਂ। ਹੁਣ ਦੇਖ ਜੀ ਪੋਲਿਟੀ ਦਾ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਇਹ ਕਵਰ ਕੰਸੋਲੀਡੇਟਡ ਫੰਡ ਆਫ ਇੰਡੀਆ ਦੇ ਵਿੱਚ ਬਾਰੇ ਉਹਨਾਂ ਨੇ ਪੁੱਛ ਲਿਆ ਹੋਇਆ ਵਾ। ਠੀਕ ਆ, ਪਾਰਲੀਮੈਂਟ ਦੀ ਕਲਾਸ ਦੇਖੋ ਆਪਸ਼ਨਸ ਐਲੀਮੀਨੇਟ ਕਰਕੇ ਜਿੱਦਾਂ ਇਹਨਾਂ ਨੇ ਆਰਟੀਕਲ 267 ਦਿੱਤਾ ਹੋਇਆ 267 ਦੇ ਵਿੱਚ ਦਰਜ ਆ। ਸੋ ਇਹ ਸਾਰਾ ਆਪਾਂ ਬਹੁਤ ਚੰਗੀ ਤਰ੍ਹਾਂ ਕੰਸੋਲੀਡੇਟਡ ਫੰਡ ਆਫ ਇੰਡੀਆ ਕੀਤਾ ਹੋਇਆ ਵਾ। ਠੀਕ ਆ, ਸੋ ਇਹਦੇ ਨਾਲ ਵਿੱਚ ਤੁਸੀਂ ਕਰਕੇ ਆਪਸ਼ਨਸ ਐਲੀਮੀਨੇਟ ਨਾਲ ਇਹ ਕੁਐਸਚਨ ਤੁਹਾਡਾ ਸੋਲਵ ਹੋ ਜਾਏਗਾ। ਆਪਣੀ ਪਾਰਲੀਮੈਂਟ ਦੀ ਕਲਾਸ ਦੇਖੋ ਤੁਸੀਂ, ਸ਼ਾਇਦ 16-17 ਨੰਬਰ ਕਲਾਸ ਆ।
ਹੁਣ ਨੈਕਸਟ ਕਲਾਸ ਆ ਗਈ ਜੀ ਸਾਡੀ। ਨੈਕਸਟ ਕੁਐਸਚਨ ਕਿਹੜਾ ਆ ਗਿਆ? ਨੈਕਸਟ ਕੁਐਸਚਨ ਸਾਡਾ ਕਵਰ ਹੋਇਆ, ਦੋ ਕੁਐਸਚਨ ਆਪਾਂ ਦੇਖ ਲਏ ਹੋਏ ਆ ਕਿ ਕਵਰ ਹੋਏ ਨੇ। ਹੁਣ ਆ ਪ੍ਰੈਜ਼ੀਡੈਂਟ ਦੇ ਟੌਪਿਕ ਦੇ ਵਿੱਚੋਂ ਇੱਕ ਕੁਐਸਚਨ ਪੁੱਛਿਆ ਹੋਇਆ ਇਹਨਾਂ ਨੇ, ਠੀਕ ਆ, ਆਰਡੀਨੈਂਸ ਬਾਰੇ। ਆਰਡੀਨੈਂਸ ਬਾਰੇ ਆਪਾਂ ਨੂੰ ਤੁਸੀਂ ਨਾ 11-12 ਨੰਬਰ ਕਲਾਸ ਦੇਖੋ ਆਪਣੀ ਪੋਲਿਟੀ ਦੀ, ਉਹਦੇ ਵਿੱਚ ਸਾਫ਼-ਸਾਫ਼ ਆਪਣਾ ਸਾਰਾ ਦਿੱਤਾ ਹੋਇਆ। ਬਸ ਇਹਦੇ ਵਿੱਚ ਵੀ ਜ਼ਰੂਰੀ ਨਹੀਂ ਹੁੰਦਾ ਕਿ 100% ਤੁਹਾਡਾ ਕਵਰ ਹੋਵੇ, ਕਿਉਂਕਿ ਤੁਹਾਨੂੰ ਫੇਰ ਵੀ ਆਪਸ਼ਨਸ ਵਿੱਚ ਦੀ ਐਲੀਮੀਨੇਟ ਕਰਕੇ ਫੇਰ ਹੀ ਤੁਹਾਡਾ ਸਹੀ ਜਾਏਗਾ, ਠੀਕ ਆ ਜੀ। ਸੋ ਇਹਦੇ ਨਾਲ ਇੱਕ ਤੁਹਾਨੂੰ ਆਈਡੀਆ ਹੋਏਗਾ, ਅਗਰ ਤੁਹਾਡੀ ਥਿਊਰੀ ਪੜ੍ਹੀ ਹੋਏਗੀ ਤਾਂ ਆਪਸ਼ਨਸ ਐਲੀਮੀਨੇਟ ਕਰਕੇ ਤੁਸੀਂ ਕਰ ਸਕਦੇ ਹੋ। ਹੁਣ ਦੇਖੋ ਜੀ, ਆਹ ਕੁਐਸਚਨ ਆਇਆ ਹੋਇਆ ਵਾ, ਇਹਨਾਂ ਨੇ ਦੇਖੋ, ਇਹਨਾਂ ਨੇ ਸਾਫ਼-ਸਾਫ਼ ਪੂਰੀ ਤਰ੍ਹਾਂ ਦੇਖੋ ਕਿਸ ਤਰ੍ਹਾਂ ਪੁੱਛਿਆ ਕਿ 9 ਦਸੰਬਰ ਨੂੰ ਜਿਹੜਾ ਪਹਿਲਾ ਸੈਸ਼ਨ ਹੋਇਆ ਸੀਗਾ, ਸਚੀਦਾਨੰਦ ਸਿਨਹਾ ਇਹਦੇ ਪਹਿਲੇ ਟੈਂਪਰੇਰੀ ਪ੍ਰੈਜ਼ੀਡੈਂਟ ਬਣੇ ਸੀ। ਫਿਰ ਇਹਨਾਂ ਨੇ ਪੁੱਛ ਲਿਆ ਕਿ ਰਾਜਿੰਦਰ ਪ੍ਰਸਾਦ ਜਿਹੜੇ ਸੀ, ਇਹਨਾਂ ਨੇ 10 ਦਸੰਬਰ ਨੂੰ ਆਹ ਰੂਲ ਕੀਤਾ ਸੀ। 13 ਦਸੰਬਰ ਨੂੰ ਜਵਾਹਰ ਲਾਲ ਨਹਿਰੂ ਨੇ ਰੈਜ਼ੋਲੂਸ਼ਨ ਦਿੱਤਾ ਸੀਗਾ ਆਪਣਾ ਇਹਦਾ, ਠੀਕ ਆ, ਆਬਜੈਕਟਿਵ ਰੈਜ਼ੋਲੂਸ਼ਨ ਦਾ। ਸੋ ਇਹਨਾਂ ਨੇ ਪੁੱਛ ਲਿਆ ਕਿ ਇਹਨਾਂ ਚੋਂ ਕਿਹੜੀ ਸਟੇਟਮੈਂਟ ਸਹੀ ਆ। ਆ ਮੈਂ ਤੁਹਾਨੂੰ ਸਾਫ਼ ਨਾਲ ਮੇਰਾ ਟਿਕ ਵੀ ਕੀਤਾ ਹੋਇਆ ਕਿ ਦੇਖੋ 9 ਦਸੰਬਰ ਨੂੰ ਪਹਿਲੀ ਮੀਟਿੰਗ ਦਿੱਤਾ ਹੋਇਆ ਵਾ, ਇਹਦੇ ਵਿੱਚ ਜੋ ਆਪਣੀ ਕਲਾਸ ਹੋਈ ਸੀ ਪਾਰਲੀਮੈਂਟ ਦੀ, ਪਹਿਲੀ ਪਾਰਲੀਮੈਂਟ ਕਹੀ ਜਾਂਦਾ, ਆਪਣੀ ਪੋਲਿਟੀ ਦੀ ਪਹਿਲੀ ਕਲਾਸ ਹੋਈ ਸੀ ਸੰਵਿਧਾਨ ਦੀ, ਸਚੀਦਾਨੰਦ ਸਿਨਹਾ ਨੂੰ ਟੈਂਪਰੇਰੀ ਪ੍ਰੈਜ਼ੀਡੈਂਟ ਬਣਾਇਆ ਸੀ, ਵੀ ਸਹੀ ਹੋ ਗਿਆ, ਠੀਕ ਆ। ਸੋ ਨੈਕਸਟ ਅਗਰ ਆਪਾਂ ਗੱਲ ਕਰੀਏ ਤਾਂ 13 ਦਸੰਬਰ ਨੂੰ ਜਿਹੜਾ ਇੱਥੇ ਸਾਫ਼ ਲਿਖਿਆ ਦੇਖੋ, 13 ਦਸੰਬਰ ਨੂੰ ਜਵਾਹਰ ਲਾਲ ਨਹਿਰੂ ਨੇ ਆਬਜੈਕਟਿਵ ਰੈਜ਼ੋਲੂਸ਼ਨ ਲਿਆਂਦਾ ਸੀ, ਸੋ ਉਹ ਵੀ ਕਵਰ ਹੋ ਗਿਆ। ਸੋ ਦੇਖੋ ਜੀ ਕਿੰਨੇ ਵਧੀਆ ਤਰੀਕੇ ਦੇ ਨਾਲ ਆਪਣੇ ਕਵਰ ਹੋ ਰਹੇ ਨੇ। ਸੋ ਇਹਦੇ ਵਿੱਚ ਤੁਸੀਂ ਇਹੋ ਨਹੀਂ ਹੋਣਾ। ਹੁਣ ਨੈਕਸਟ ਕੁਐਸਚਨ ਆਪਣਾ ਆ ਗਿਆ ਜੀ, ਮਾਡਰਨ ਹਿਸਟਰੀ ਦਾ ਹੀ ਕੁਐਸਚਨ ਆ, ਇਹ ਆਪਾਂ ਕਰ ਲਿਆ ਹੋਇਆ, ਠੀਕ ਆ, ਜਿਹੜਾ ਆਪਣਾ ਇਹਦਾ। ਸੋ ਪੋਲਿਟੀ ਦੀ ਕਲਾਸ ਦੇ ਵਿੱਚ ਦੇਖੋ ਇੱਕ ਕੁਐਸਚਨ ਆ, ਇਹਨਾਂ ਨੇ ਚਾਰਟਰ ਐਕਟ ਬਾਰੇ ਪੁੱਛ ਲਿਆ 1833 ਬਾਰੇ, ਤੇ ਵਿਲੀਅਮ ਬੈਂਟਿਕ ਬਾਰੇ ਪੁੱਛ ਲਿਆ। ਇਹ ਐਕਟ ਵੀ ਆਪਾਂ ਪੋਲਿਟੀ ਦੀ ਕਲਾਸ ਨੰਬਰ 2 ਚ ਪੂਰੀ ਚੰਗੀ ਤਰ੍ਹਾਂ ਕੀਤਾ ਹੋਇਆ। ਕੁਐਸਚਨ ਦੇ ਵਿੱਚ ਕੁਝ ਵੀ ਨਹੀਂ, ਜੇ ਤੁਸੀਂ ਧਿਆਨ ਨਾਲ ਦੇਖੋਗੇ ਕੁਝ ਵੀ ਨਹੀਂ, ਉਹਨੇ ਘੁਮਾ ਫਰਾ ਕੇ ਗੱਲ ਪੁੱਛੀ ਹੋਈ ਆ। ਬਟ ਅਗਰ ਤੁਸੀਂ ਦੇਖੋ ਤਾਂ ਤੁਹਾਡਾ ਇੱਕ ਲਾਈਨ ਦੇ ਵਿੱਚ ਇਹ ਕੁਐਸਚਨ ਕਵਰ ਹੋ ਜਾਏਗਾ ਕਿ ਦੇਖੋ ਵਿਲੀਅਮ ਬੈਂਟਿਕ ਗਵਰਨਰ ਜਨਰਲ ਸੀਗਾ, ਠੀਕ ਆ, ਬੰਗਾਲ ਦਾ ਗਵਰਨਰ ਜਨਰਲ ਨੂੰ ਭਾਰਤ ਦਾ ਗਵਰਨਰ ਜਨਰਲ ਬਣਾਇਆ ਸੀ। ਪੁੱਛਿਆ ਉਹਨਾਂ ਨੇ ਉਹੀ ਘੁਮਾ ਫਰਾ ਕੇ ਪੁੱਛ ਰਹੇ ਆ, ਉਹਨਾਂ ਤੋਂ ਪੁੱਛ ਲਿਆ ਕਿ ਸਟੇਟਮੈਂਟ ਇਹਨਾਂ ਚੋਂ ਗਲਤ ਕਿਹੜੀ ਆ। ਦੇਖੋ ਜਦੋਂ ਗਲਤ ਦੀ ਆਪਸ਼ਨ ਆ ਜਾਵੇ ਤਾਂ ਤੁਹਾਡੇ ਲਈ ਬਹੁਤ ਈਜ਼ੀ ਹੋ ਜਾਂਦਾ, ਕਿਉਂਕਿ ਗਲਤ ਦੇ ਵਿੱਚ ਇਦਾਂ ਹੋ ਜਾਂਦਾ ਕਿ ਤਿੰਨ ਤੁਹਾਨੂੰ ਪਤਾ ਲੱਗ ਜਾਂਦੇ ਆ ਵੀ ਹਾਂ ਤਿੰਨ ਇਹ ਸਹੀ ਨੇ। ਗਲਤ ਦੇ ਵਿੱਚ ਤੁਸੀਂ ਦੇਖਣਾ ਹੁੰਦਾ ਇੱਕ ਕਿ ਕਿਹੜੇ ਤੁਹਾਡੇ 2-3 ਸਹੀ ਬਣਦੇ ਨੇ, ਫਿਰ ਉਸ ਤੋਂ ਬਾਅਦ ਦੇਖੋ ਆਪਸ਼ਨਸ ਐਲੀਮੀਨੇਟ ਕਰਕੇ ਤੁਸੀਂ ਆਰਾਮ ਦੇ ਨਾਲ ਉਹ ਟਿਕ ਕਰ ਸਕਦੇ ਹੋ ਜਿਹੜਾ ਵੀ ਤੁਹਾਡਾ ਆਨਸਰ ਬਣਦਾ। ਸੋ ਇਸ ਟਾਈਮ ਆਪਾਂ ਉਹ ਨਹੀਂ ਕਰਾਂਗੇ, ਠੀਕ ਆ ਪੂਰਾ। ਹੁਣ ਦੇਖੋ ਜੀ ਆਹ ਵਾਲਾ ਕੁਐਸਚਨ ਆਇਆ ਹੋਇਆ ਵਾ ਆਪਾਂ ਨੂੰ ਕਿ ਜਿਹੜਾ ਮੌਂਟੇਗ ਚੈਮਸਫੋਰਡ ਰਿਫਾਰਮ ਜਿਹੜਾ ਪ੍ਰਪੋਜ਼ਲ ਆਇਆ ਸੀ ਉਹ ਕਾਹਦੇ ਲਈ ਆਇਆ ਸੀ। ਦੇਖੋ ਆ ਦੇਖੋ ਜੀ ਇਹ ਕੁਐਸਚਨ ਆਇਆ। ਸੋ ਆਪਾਂ ਚੰਗੀ ਤਰ੍ਹਾਂ ਕੀਤਾ ਹੋਇਆ ਚੈਮਸਫੋਰਡ ਸੁਧਾਰ ਵਾਲਾ, ਠੀਕ ਆ, ਜਿਹੜਾ ਬਹੁਤ ਚੰਗੀ ਤਰ੍ਹਾਂ ਕਿ ਇਹਨਾਂ ਨੇ ਕਨਸਟੀਟਿਊਸ਼ਨਲ ਰਿਫਾਰਮ ਲੈ ਕੇ ਆਏ ਸੀਗੇ। ਇਹ ਆਪਣਾ ਬਾਈਕੈਮਰਲਿਜ਼ਮ ਲੈ ਕੇ ਆਏ ਸੀ, ਅਪਰ ਹਾਊਸ ਲੋਅਰ ਹਾਊਸ ਡਾਇਰੈਕਟਲੀ ਲੈ ਕੇ ਆਏ ਸੀਗੇ ਸਿਸਟਮ, ਇਹ ਦੋਹਰੀ ਸਰਕਾਰ ਲੈ ਕੇ ਆਏ ਸੀਗੇ, ਠੀਕ ਆ। ਸੋ ਉਹ ਇਹ ਥੋੜਾ ਜਿਹਾ ਕਨਸੈਪਚੁਅਲ ਕੁਐਸਚਨ ਬਣ ਗਿਆ, ਬਟ ਆਰਾਮ ਨਾਲ ਹੋ ਜਾਏਗਾ ਤੁਹਾਡਾ ਅਗਰ ਤੁਹਾਡਾ ਇਹ ਟੌਪਿਕ ਚੰਗੀ ਤਰ੍ਹਾਂ ਕੀਤਾ ਹੋਇਆ। ਸੋ ਪੋਲਿਟੀ ਦੀ ਕਲਾਸ ਨੰਬਰ 2 'ਚ ਇਹ ਕਵਰ ਹੋ ਜਾਏਗਾ, ਇਹਨਾਂ ਦੇ ਵਿੱਚੋਂ ਕੁਐਸਚਨ ਪੁੱਛੇ ਜਾਂਦੇ ਨੇ, ਠੀਕ ਆ ਜੀ। ਹੁਣ ਪੰਜਾਬ ਜੀਕੇ ਦੇ ਕੁਐਸਚਨ ਆਏ ਹੋਏ ਆ, ਆਪਾਂ ਜੇ ਹੁਣੇ ਫਿਲਹਾਲ 8 ਨੰਬਰ ਕਲਾਸ ਦੇ ਵਿੱਚ ਕਵਰ ਕੀਤਾ ਵਾ ਕਿ ਇਹਨਾਂ ਦੇ ਵਿੱਚੋਂ ਦੱਸੋ ਕਿਹੜੀ ਮਿਸਲ ਕਿਹਦੇ ਨਾਲ ਤਾਲੁਕ ਰੱਖਦੀ ਆ। ਇਹ ਕੁਐਸਚਨ ਅਗਰ ਆਪਾਂ ਗੱਲ ਆ ਦੇਖੋ ਜੀ ਨਾਲ ਮੇਰਾ ਸਾਰਾ ਤੁਹਾਡਾ ਉਹ ਕੀਤਾ ਹੋਇਆ ਵਾ, ਦੇਖੋ ਸੇਮ ਟੂ ਸੇਮ ਆਪਣੀ ਮਿਸਲਾਂ ਕੀਤੀਆਂ ਹੋਈਆਂ 8 ਨੰਬਰ ਕਲਾਸ ਦੇ ਵਿੱਚ। ਮੈਂ ਤੁਹਾਨੂੰ ਕਿਹਾ ਸੀਗਾ 12 ਦੇ 12 ਮਿਸਲਾਂ ਯਾਦ ਕਰ ਲਓ। ਇਹਦੇ ਵਿੱਚੋਂ ਕੁਐਸਚਨ ਆ ਦੇਖੋ, ਉਹਨਾਂ ਨੇ 4 ਕੁਐਸਚਨ ਇੱਕ ਦੇ ਵਿੱਚ ਹੀ ਪੁੱਛ ਲਿਆ, ਬਟ ਜੇਕਰ ਤੁਸੀਂ ਇਹਦੀ ਆਪਣੀ ਥਿਊਰੀ ਕੀਤੀ ਹੋਈ ਆ ਤਾਂ ਆਰਾਮ ਨਾਲ ਹੋ ਜਾਏਗਾ। ਜੇ ਤੁਸੀਂ MCQ ਕੀਤੇ ਹੁੰਦੇ ਤਾਂ ਤੁਹਾਡਾ ਨਹੀਂ ਹੋਣਾ ਸੀ। ਇਹਦੇ ਵਿੱਚ ਵੀ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਹਾਂ ਕਿ ਇਦਾਂ ਦੇ ਕੁਐਸਚਨ ਲਈ ਜੇਕਰ ਤੁਹਾਨੂੰ 2 ਵੀ ਆਉਂਦੀਆਂ ਨੇ, 2 ਆਪਸ਼ਨ ਵੀ ਤੁਹਾਨੂੰ ਪਤਾ ਨੇ ਕਿ ਇਹ ਵਾਲੀ ਜਿਹੜਾ ਆਪਣਾ ਲੀਡਰ ਆ ਇਹਦੇ ਨਾਲ ਤਾਲੁਕ ਰੱਖਦਾ ਵਾ ਮਿਸਲ ਨਾਲ, ਤਾਂ ਵੀ ਤੁਸੀਂ ਆਪਸ਼ਨਸ ਐਲੀਮੀਨੇਟ ਕਰਕੇ ਆਰਾਮ ਦੇ ਨਾਲ ਕੁਐਸਚਨ ਕਰ ਸਕਦੇ ਹੋ। ਬਸ ਇਦਾਂ ਵਾ ਕਿ ਤੁਸੀਂ ਧਿਆਨ ਦੇ ਨਾਲ ਥਿਊਰੀ ਪੜ੍ਹੀ ਹੋਵੇ। ਹੁਣ ਦੇਖੋ ਜੀ ਇੱਕ ਆਹ ਕੁਐਸਚਨ ਆਇਆ ਹੋਇਆ ਵਾ, ਦੇਖੋ ਕਿੰਨਾ ਵਧੀਆ ਤਰੀਕੇ ਦਾ ਕੁਐਸਚਨ ਇਹਨਾਂ ਨੇ ਪੁੱਛਿਆ ਹੋਇਆ ਵਾ। ਦੇਖੋ ਜੀ ਆਹ ਦੇਖੋ ਜਲਿਆਂਵਾਲਾ ਬਾਗ ਵਾਲਾ ਕੁਐਸਚਨ ਆਇਆ ਹੋਇਆ ਵਾ। ਜਲਿਆਂਵਾਲਾ ਬਾਗ ਆਪਾਂ ਬਹੁਤ ਚੰਗੀ ਤਰ੍ਹਾਂ ਕੀਤਾ ਹੋਇਆ। ਫਿਰ ਇਹਨਾਂ ਨੇ ਮੈਚ ਦੀ ਕਾਲਮ ਦੇ ਵਿੱਚ ਦਿੱਤਾ ਹੋਇਆ ਕਿ ਮੈਚ ਦੀ ਕਾਲਮ ਦੱਸੋ ਇਹਨਾਂ ਚੋਂ ਕਿਹੜੇ ਨੇ। ਜਿੱਦਾਂ ਜਲਿਆਂਵਾਲੇ ਬਾਗ ਦਾ ਆਪਣਾ 1919 ਚ ਹੋਇਆ ਸੀ। ਕਾਮਾਕਾਟਾ ਮਾਰੂ ਆਪਾਂ ਬਹੁਤ ਚੰਗੀ ਤਰ੍ਹਾਂ ਮਾਡਰਨ ਹਿਸਟਰੀ 'ਚ ਕੀਤਾ ਹੋਇਆ, 1914 ਚ ਹੋਇਆ ਸੀ। ਜੈਤੋ ਮੋਰਚਾ 1924 ਦੇ ਵਿੱਚ ਹੋਇਆ ਸੀ। ਨਨਕਾਣਾ ਸਾਹਿਬ ਦਾ ਜਿਹੜਾ ਸਾਕਾ ਹੋਇਆ ਸੀ ਉਹ 1921 ਚ ਹੋਇਆ ਸੀ। ਸੋ ਇਹ ਸਾਰੇ ਤੁਸੀਂ ਤੁਹਾਡੇ ਆਪਣੇ ਕਿਹਦੇ ਵਿੱਚ ਕਿਹੜੀ ਕਲਾਸ ਦੇ ਵਿੱਚ ਕਵਰ ਆ, ਮਾਡਰਨ ਹਿਸਟਰੀ ਦੀਆਂ ਜਦੋਂ ਤੁਸੀਂ 6 ਤੇ 9 ਕਲਾਸਾਂ ਦੇਖੋਗੇ ਉਹਦੇ ਵਿੱਚ ਤੁਹਾਡਾ ਕਵਰ ਹੋ ਜਾਏਗਾ। ਦੇਖੋ ਕਾਮਾਕਾਟਾ ਮਾਰੂ ਵਾਲਾ ਵੀ ਕਰਵਾਇਆ ਹੋਇਆ, ਜਲਿਆਂਵਾਲਾ ਬਾਗ ਦਾ ਸਾਕਾ ਵੀ ਆਪਾਂ ਬਹੁਤ ਚੰਗੀ ਤਰ੍ਹਾਂ ਕਰਵਾਇਆ ਹੋਇਆ ਵਾ। ਸੋ ਜਿਹੜਾ ਇਹਦਾ ਜੈਤੋ ਮੋਰਚਾ ਵਾ ਨਾ ਜਾਂ ਨਨਕਾਣਾ ਸਾਹਿਬ ਦਾ ਜੋ ਸਾਕਾ ਵਾ ਉਹ ਪੰਜਾਬ ਜੀਕੇ ਦਾ ਪਾਰਟ ਬਣਦਾ ਵਾ। ਪੰਜਾਬ ਜੀਕੇ 'ਚ ਆਪਣੀਆਂ ਅਜੇ 12 ਕਲਾਸਾਂ ਪਈਆਂ ਨੇ, ਉਹਦੇ ਵਿੱਚ ਕਵਰ ਹੋ ਜਾਏਗਾ। ਡਿਟੇਲ ਦੇ ਵਿੱਚ ਕਵਰ ਕਰਾਂਗੇ ਕਿਉਂਕਿ ਕਈ ਵਾਰ ਡੇਟ ਵਾਈਜ਼ ਨਹੀਂ, ਉਹ ਕਈ ਵਾਰ ਉਹਦੇ ਵਾਈਜ਼ ਪੁੱਛ ਲੈਣਗੇ ਜੈਤੋ ਦਾ ਮੋਰਚਾ ਜਾਂ ਵੀ ਇਹਦੇ ਵਿੱਚ ਕੀ ਹੋਇਆ ਸੀ, ਠੀਕ ਆ। ਸੋ ਕੋਈ ਦਿੱਕਤ ਵਾਲੀ ਗੱਲ ਨਹੀਂ ਜੀ, ਆਪਾਂ ਕਰ ਲਾਂਗੇ ਆਰਾਮ ਦੇ ਨਾਲ। ਨੈਕਸਟ ਆ ਗਿਆ ਜੀ ਸਾਡਾ ਮਾਡਰਨ ਹਿਸਟਰੀ ਦੀ ਕਲਾਸ ਦੇ ਵਿੱਚੋਂ ਇਹ 12 ਨੰਬਰ ਕਲਾਸ 'ਚੋਂ ਤੁਹਾਡਾ ਕੁਐਸਚਨ ਕਵਰ ਹੋਊਗਾ। ਦੇਖੋ ਕਿੰਨਾ ਕਨਸੈਪਚੁਅਲ ਕੁਐਸਚਨ ਪੁੱਛਿਆ ਉਹਨਾਂ ਨੇ। ਗਾਂਧੀ ਅਰਬਨ ਪੈਕਟ ਬਾਰੇ ਪੁੱਛ ਲਿਆ ਕਿ ਇਹਨਾਂ ਦੇ ਵਿੱਚੋਂ ਕਿਹੜੀ ਚੀਜ਼ ਆ। ਜੇ ਤੁਸੀਂ ਸਟੋਰੀ ਟਾਈਪ ਪੜ੍ਹੀ ਹੋਈ ਆ ਇਹ ਚੀਜ਼ ਤੁਸੀਂ ਕਰ ਲਓਗੇ ਕਿ ਦੱਸੋ ਸਿਵਲ ਡਿਸਓਬੀਡੈਂਟ ਦੇ ਜਿਹੜੇ ਜੇਲ੍ਹ ਦੇ ਵਿੱਚ ਬੰਦ ਕੀਤੇ ਸੀ ਉਹਨਾਂ ਨੂੰ ਬਾਹਰ ਕੀਤਾ ਰਿਹਾ, ਬਾਹਰ ਵੀ ਉਹਨਾਂ ਨੂੰ ਜਿਹੜੇ ਕਿ ਨੋਨ ਵਾਇਲੈਂਸ ਤਰੀਕੇ ਦੇ ਨਾਲ ਰਹੇ ਨੇ, ਠੀਕ ਆ। ਸੋ ਨੈਕਸਟ ਆ ਗਿਆ ਆਪਣਾ ਜਿਹੜੇ ਆਪਣੇ ਪ੍ਰੋਪਰਟੀ ਵਗੈਰਾ ਰਿਟਰਨ ਕਰਨ ਨੂੰ ਕਿਹਾ ਸੀ, ਜਿਹੜਾ ਲਾਈਨਸ ਨਾਟ ਰਿਲਾਈਜ਼ਡ ਕੀਤੀ ਸੀ ਇੰਡੀਅਨ ਨੈਸ਼ਨਲ ਕਾਂਗਰਸ ਕੰਟੀਨਿਊ ਕਰੂਗੀ ਇਹਦੇ ਵਿੱਚ। ਸੋ ਇਹਨਾਂ ਨੇ ਇਹਦੇ ਵਿੱਚ ਪੁੱਛਿਆ ਸੀ ਆਰ ਕਰੈਕਟ, ਠੀਕ ਹੈ, ਕਰੈਕਟ ਦੇ ਵਿੱਚ ਪੁੱਛਿਆ ਸੀ। ਸੋ ਇਹਦੇ ਵਿੱਚ ਗਾਂਧੀ ਅਰਬਨ ਪੈਕਟ ਜਦੋਂ ਤੁਸੀਂ ਪੜ੍ਹਿਆ ਹੋਵੇਗਾ, ਦੇਖੋ ਸਾਰੇ ਪੁਆਇੰਟ ਮੇਰੇ ਕਵਰ ਕੀਤੇ ਹੋਏ ਨੇ ਕਿ ਕਿਹੜੀ ਚੀਜ਼ ਤੁਹਾਡੀ ਆ। ਦੇਖੋ ਇਹਨਾਂ ਨੇ ਸਸਪੈਂਡ ਕਰਨ ਲਈ ਕਿਹਾ ਸੀ, ਕਾਂਗਰਸ ਨੇ ਕਹਿੰਦੀ ਸਹਿਮਤੀ ਦਿੱਤੀ ਸੀ ਕਿ ਅਸੀਂ ਸਸਪੈਂਡ ਕਰਾਂਗੇ। ਇਹਨਾਂ ਨੇ ਤੁਹਾਨੂੰ ਉੱਪਰ ਕਨਫਿਊਜ਼ ਕਰਨ ਨੂੰ ਸ਼ਾਇਦ ਦਿੱਤਾ ਹੋਇਆ ਕਿ ਇੰਡੀਅਨ ਨੈਸ਼ਨਲ ਕਾਂਗਰਸ ਕੰਟੀਨਿਊ ਕਰੂਗੀ ਸਿਵਲ ਡਿਸਓਬੀਡੈਂਟ। ਸੋ ਇਹਨਾਂ ਨੇ ਸਹੀ ਦਿੱਤਾ, ਆਰਾਮ ਦੇ ਨਾਲ ਆਪਸ਼ਨਸ ਐਲੀਮੀਨੇਟ ਹੋ ਕੇ ਤੁਹਾਡਾ ਕੁਐਸਚਨ ਨਿਕਲਦਾ ਵਾ, ਚਾਹੇ ਜਿੰਨਾ ਮਰਜ਼ੀ ਔਖਾ ਕੁਐਸਚਨ ਆ। ਸਿਰਫ ਇੰਨਾ ਤੁਸੀਂ ਚੰਗੀ ਇਹਦੇ ਵਿੱਚ ਤੁਹਾਨੂੰ 2 ਪੁਆਇੰਟ ਵੀ ਜ਼ਿਆਦਾ ਤਾਂ ਵੀ ਤੁਹਾਨੂੰ ਪਤਾ ਲੱਗ ਜਾਏਗਾ, ਠੀਕ ਆ। ਸੋ ਇਹ ਆਪਾਂ ਬਹੁਤ ਚੰਗੀ ਤਰ੍ਹਾਂ ਕਲਾਸ ਕੀਤੀ ਹੋਈ ਆ। ਗਾਂਧੀ
ਦੀ ਇਨਫੈਕਟ ਅਗਰ ਤੁਸੀਂ ਆਪਣੀ ਵੀਡੀਓ ਲੈਕਚਰ ਦੇਖਿਆ ਤਾਂ ਤੁਹਾਨੂੰ ਇਹ ਕੁਐਸਚਨ ਦੇ ਵਿੱਚ ਵੀ ਪ੍ਰੋਬਲਮ ਨਹੀਂ ਆਈ ਹੋਏਗੀ। ਅਗਲਾ ਕੁਐਸਚਨ ਆਪਣਾ ਮਾਡਰਨ ਹਿਸਟਰੀ ਦਾ ਇੱਕ ਹੋਰ ਆਇਆ ਹੋਇਆ ਜੀ। ਦੇਖੋ ਆਹ ਵਾਲਾ ਕੁਐਸਚਨ ਸੀਗਾ, ਬਹੁਤ ਹੀ ਵਧੀਆ ਤਰੀਕੇ ਦਾ ਕੁਐਸਚਨ ਪੁੱਛਿਆ ਹੋਇਆ ਇਹਨਾਂ ਨੇ। ਦੇਖੋ ਇੰਡੀਅਨ ਕੌਂਸਲ ਐਕਟ ਪੁੱਛ ਲਿਆ ਉਹਨਾਂ ਨੇ ਕਿ ਕਦੋਂ ਇੰਟਰੋਡਿਊਸ ਹੋਇਆ ਸੀ, ਇੰਡੀਅਨ ਯੂਨੀਵਰਸਿਟੀ ਐਕਟ ਪੁੱਛ ਲਿਆ, ਕ੍ਰਿਮੀਨਲ ਲਾਅ ਅਮੈਂਡਮੈਂਟ ਦਾ ਬਿੱਲ ਪੁੱਛ ਲਿਆ, ਪਾਰਟੀਸ਼ਨ ਆਫ ਬੰਗਾਲ ਪੁੱਛਿਆ। ਇਦਾਂ ਦੇ ਕੁਐਸਚਨ ਵੀ ਮੈਂ ਤੁਹਾਨੂੰ ਵਾਰ-ਵਾਰ ਕਹਿ ਰਿਹਾ ਵਾਂ ਕਿ ਤੁਹਾਨੂੰ ਡੇਟਸ ਯਾਦ ਹੋਣੇ, ਈਅਰ ਯਾਦ ਹੋਣੇ ਚਾਹੀਦੇ ਨੇ। ਜਿੱਦਾਂ ਕਿ ਤੁਹਾਨੂੰ ਇਹਨਾਂ ਦੋਨਾਂ ਦੇ ਵਿੱਚੋਂ ਪਤਾ ਵਾ ਕਿ ਮੈਨੂੰ ਹੋਰ ਕੁਝ ਦਾ ਪਤਾ ਹੋਵੇ ਨਾ ਹੋਵੇ, ਮੈਨੂੰ ਪਤਾ ਕਿ ਇੰਡੀਅਨ ਯੂਨੀਵਰਸਿਟੀ ਐਕਟ 1904 ਦੇ ਵਿੱਚ ਆਇਆ ਸੀ, ਠੀਕ ਆ। ਤੋ ਤੁਹਾਨੂੰ ਪਾਰਟੀਸ਼ਨ ਆਫ ਬੰਗਾਲ ਵੀ ਪਤਾ ਕਿ 1905। ਸੋ ਜ਼ਿਆਦਾਤਰ ਨੇੜੇ ਕਰੀਬੀ ਕਿਹੜੀਆਂ ਲੱਗ ਰਹੀਆਂ ਨੇ, ਦੇਖੋ 1904 ਤੇ 5 ਦੇ ਵਿੱਚ ਹੈਗਾ ਕਿਤੇ, ਜਿੱਥੇ ਕਿ ਮਤਲਬ ਇਹਦਾ ਕੋਡ 4 ਆ, ਇਹਦਾ ਕੋਡ 4 ਤੇ 2 ਨੇੜੇ ਨੇੜੇ ਕਿਤੇ ਦਿਖ ਰਹੀਆਂ ਨੇ। ਇੱਕ ਹੀ ਆਪਸ਼ਨ ਦੇ ਵਿੱਚ ਸਾਫ਼-ਸਾਫ਼ ਤੁਹਾਨੂੰ ਦਿਖਦੀਆਂ ਪਈਆਂ ਨੇ ਕਿ 4 ਤੇ 2 ਕਿਹੜੀਆਂ, ਆ ਦੇਖੋ ਜੀ ਆਹ ਵਾਲੀਆਂ 2 ਤੇ 4, 2 ਤੇ 4 ਕਿਹਦੇ ਵਿੱਚ ਦਿਖਦੀਆਂ ਪਈਆਂ ਨੇ, ਇਹਦੇ ਵਿੱਚ ਹੀ ਦਿਖਦੀਆਂ ਪਈਆਂ ਨੇ, ਇਹਦੇ ਵਿੱਚ ਵੀ ਦਿਖਦੀਆਂ ਪਈਆਂ। ਪਰ ਤੁਹਾਨੂੰ ਪਤਾ ਕਿ ਇੰਡੀਅਨ ਯੂਨੀਵਰਸਿਟੀ ਐਕਟ ਜਿਹੜਾ ਸੀ ਉਹ 1904 ਚ ਆਇਆ ਸੀ। ਕ੍ਰਿਮੀਨਲ ਲਾਅ ਜਿਹੜਾ ਐਕਟ ਸੀਗਾ ਤੁਹਾਨੂੰ ਸਾਰਿਆਂ ਨੂੰ ਪਤਾ, ਪਾਰਟੀਸ਼ਨ ਆਫ ਬੰਗਾਲ ਤੁਹਾਨੂੰ ਪਤਾ 1905, ਇਹ ਤਾਂ ਇਕੱਠੇ ਹੋ ਗਏ, ਠੀਕ ਆ, 2 ਤੇ 4। ਹੁਣ ਇੰਡੀਅਨ ਕੌਂਸਲ ਐਕਟ ਆਪਾਂ ਨੂੰ ਪਤਾ ਕਿ 1861 ਦੇ ਟਾਈਮ ਦੇ ਉੱਤੇ ਚੱਲਿਆ ਸੀਗਾ, ਠੀਕ ਆ, ਜਦੋਂ ਉਹਨਾਂ ਨੇ 10-10 ਸਾਲਾਂ ਬਾਅਦ ਕਿਹਾ ਸੀ ਕਿ ਅਸੀਂ ਚੇਂਜ ਕਰਦੇ ਰਹਾਂਗੇ। ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ 20-20 ਸਾਲ ਲਈ, ਸੌਰੀ, ਸੋ ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਤਾਂ ਪਾਰਟੀਸ਼ਨ ਆਫ ਬੰਗਾਲ ਆਪਾਂ ਨੂੰ ਪਤਾ ਵਾ ਕਿ ਇਹਦੀ ਇਹ ਆਏਗੀ। ਸੋ ਇਹ ਚਾਹੇ ਆਪਾਂ ਨੂੰ ਨਹੀਂ ਵੀ ਪਤਾ ਤਾਂ ਵੀ ਆਪਣੀਆਂ ਆਪਸ਼ਨਸ ਐਲੀਮੀਨੇਟ ਹੋ ਕੇ ਆਪਣਾ ਇੱਕ ਟਿਕ ਹੋ ਜਾਂਦਾ ਵਾ। ਸੋ ਇਹ ਵਾਲਾ ਕਲਾਸ ਦੇਖੋ ਜੀ, ਆਪਣੇ ਵਿਦਿਅਕ ਯੋਗਤਾ ਜੋ 1904 ਆਹ ਕਲਾਸ ਨੰਬਰ ਦੇ ਵਿੱਚ ਮੇਰੇ ਕਿਹੜੀ ਕਲਾਸ ਆ ਇਹ ਆਪਣੀ ਮਾਡਰਨ ਹਿਸਟਰੀ ਦੀ ਕਲਾਸ ਨੰਬਰ 4 ਦੇ ਵਿੱਚ ਤੇ ਕਵਰ ਹੋ ਜਾਊਗਾ ਤੁਹਾਡਾ ਇਹ ਸਾਰਾ। ਦੇਖੋ 1904 ਦੇ ਵਿੱਚ ਇੰਡੀਅਨ ਯੂਨੀਵਰਸਿਟੀ ਐਕਟ ਲਿਆਂਦਾ ਸੀ ਵਿਦਿਅਕ ਯੋਗਤਾ ਲਈ ਕਰਜ਼ਨ ਨੇ, ਠੀਕ ਆ। 1905 ਦੇ ਵਿੱਚ ਆ ਦੇਖੋ ਸਾਫ਼-ਸਾਫ਼ ਦਿੱਤਾ ਹੋਇਆ ਵਾ ਕਿ ਲਾਰਡ ਕਰਜ਼ਨ ਨੇ ਬੰਗਾਲ ਦੀ ਵੰਡ ਕੀਤੀ ਸੀ। ਇੱਥੇ ਦੇਖੋ ਜੀ ਇੰਡੀਅਨ ਕੌਂਸਲ ਐਕਟ ਕਦੋਂ ਆਇਆ ਸੀ, 1861 ਦੇ ਵਿੱਚ ਆਇਆ ਸੀ, ਠੀਕ ਆ। ਉਸ ਤੋਂ ਬਾਅਦ ਕਾਫੀ ਟਾਈਮ ਬਾਅਦ 1861 ਤੋਂ ਬਾਅਦ 30 ਸਾਲ ਦਾ ਹੀ ਟਾਈਮ ਪੈ ਗਿਆ ਤਾਂ ਉਸ ਤੋਂ ਬਾਅਦ 1892 ਆਈ। ਸੋ ਇਹ ਸਾਰਾ ਤੁਹਾਡਾ ਆਰਾਮ ਦੇ ਨਾਲ ਨਿਕਲ ਜਾਏਗਾ, ਠੀਕ ਆ। ਸੋ ਮਸੰਦ ਸਿਸਟਮ ਦਾ ਆਇਆ ਹੋਇਆ ਸੀ ਕਿ ਇਹਦੀ ਅਬੋਲਿਸ਼ ਕਿਹਨੇ ਕੀਤੀ ਸੀ। ਪਿਛਲੀ ਵਾਰ ਇਹਨਾਂ ਨੇ ਕੁਐਸਚਨ ਪੁੱਛ ਲਿਆ ਸੀ ਕਿ ਇਹਦੀ ਸ਼ੁਰੂਆਤ ਕਿਹਨੇ ਕੀਤੀ ਸੀ, ਇਸ ਵਾਰ ਇਹਨਾਂ ਨੇ ਪੁੱਛ ਲਿਆ ਕਿ ਇਹਨੂੰ ਅਬੋਲਿਸ਼ ਕਿਹਨੇ ਕੀਤੀ ਸੀ। ਸੋ ਗੁਰੂ ਗੋਬਿੰਦ ਸਿੰਘ ਜੀ ਆਪਣਾ ਕੀਤਾ ਹੋਇਆ ਬਹੁਤ ਚੰਗੀ ਤਰ੍ਹਾਂ। ਕਲਾਸ ਨੰਬਰ 4 ਸਿੱਖ ਧਰਮ ਦਾ ਇਤਿਹਾਸ ਦੇਖੋ ਜਾ ਕੇ ਤੁਸੀਂ ਆਪਣਾ ਪੜ੍ਹੋ, ਠੀਕ ਆ। ਖਤਮ ਕੀਤਾ ਮਸੰਦ ਪ੍ਰਥਾ ਗੁਰੂ ਗੋਬਿੰਦ ਸਿੰਘ ਜੀ, ਠੀਕ ਆ। ਸੋ ਇਹ ਆਪਣਾ ਕਵਰ ਹੋ ਜਾਏਗਾ। ਆ ਦੇਖੋ ਇੱਕ ਹੋਰ ਕੁਐਸਚਨ ਤੁਹਾਡਾ ਬਚਿੱਤਰ ਨਾਟਕ ਵੀ ਆਇਆ ਹੋਇਆ ਵਾ ਅਗਲੇ ਦੇ ਵਿੱਚ, ਉਹਦੇ ਵਿੱਚ ਵੀ ਤੁਹਾਡਾ ਇਹ ਕਵਰ ਹੋ ਰਿਹਾ ਵਾ। ਇੱਕ ਹੋਰ ਕੁਐਸਚਨ ਦੇਖੋ ਜੀ, ਹੁਣ ਪੰਜਾਬ ਜੀਕੇ ਦੀ ਕਲਾਸ ਦਾ ਨੰਬਰ 4-5 ਜੇ ਤੁਸੀਂ ਦੇਖੀ ਆ ਉਹਦੇ ਵਿੱਚ ਤੁਹਾਡਾ ਇਹ ਕਵਰ ਹੋ ਜਾਏਗਾ ਕਿ ਮੈਥ ਦੀ ਕਾਲਮ ਦੇ ਵਿੱਚ ਇਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ, ਗੁਰੂ ਨਾਨਕ ਦੇਵ ਜੀ, ਗੁਰੂ ਅਰਜਨ ਦੇਵ ਜੀ, ਗੁਰੂ ਅਮਰਦਾਸ ਜੀ ਦਾ ਦਿੱਤਾ ਹੋਇਆ, ਠੀਕ ਆ, ਮੈਥ ਦੀ ਕਾਲਮ ਕਰਨ ਲਈ। ਸੋ ਇਹ ਵੀ ਤੁਹਾਡਾ ਆਰਾਮ ਦੇ ਨਾਲ ਕਵਰ ਹੁੰਦਾ ਵਾ। ਇਹਦੇ ਵਿੱਚ ਸੇਮ ਟੂ ਸੇਮ ਕੁਐਸਚਨ ਇਹ ਆਇਆ ਹੋਇਆ ਵਾ ਆਪਣਾ। ਆ ਦੇਖੋ ਵੈਸੇ ਆਪਾਂ ਇਹ ਥਿਊਰੀ ਦੇ ਵਿੱਚ ਸਾਰਾ ਚੰਗੀ ਤਰ੍ਹਾਂ ਕੀਤਾ ਹੋਇਆ। ਇਹ ਮੈਂ ਤੁਹਾਨੂੰ ਇਸ ਲਈ ਕਿਉਂਕਿ ਮੈਨੂੰ ਜ਼ਿਆਦਾ ਸਕਰੀਨਸ਼ਾਟ ਲੈਣੇ ਪੈਣੇ ਸੀਗੇ, ਸੋ ਮੈਂ ਇਹ ਕੁਐਸਚਨ ਹੀ ਐਡ ਕਰਦਾ ਜਿਹੜਾ ਕਿ ਆਪਾਂ ਬੈਸਟ 200 ਕੁਐਸਚਨ ਦੇ ਵਿੱਚ ਕੀਤਾ ਸੀ, ਉਹਦੇ ਵਿੱਚ ਆਪਣਾ ਆਇਆ ਹੋਇਆ ਸੀ। ਬਾਕੀ ਸਾਰੀਆਂ ਆਪਸ਼ਨਾਂ ਇਹਦੇ ਵਿੱਚ ਸੇਮ ਸੀ। ਇੱਕ ਇਹਨਾਂ ਨੇ ਕੀ ਕੀਤਾ, ਇੱਥੇ ਗੁਰੂ ਰਾਮਦਾਸ ਜੀ ਦਾ ਸੰਬੰਧ ਲਾਵਾਂ ਦੇ ਨਾਲ ਸੀਗਾ, ਠੀਕ ਆ, ਲਾਵਾਂ ਦਾ ਉਹ ਕੀਤਾ ਸੀ ਇਹਨਾਂ ਨੇ। ਸੋ ਇਹਦੇ ਵਿੱਚ ਅਗਰ ਆਪਾਂ ਇਹਨਾਂ ਨੇ ਗੁਰੂ ਅਰਜਨ ਦੇਵ ਜੀ ਦਿੱਤਾ ਸੀਗਾ, ਠੀਕ ਆ। ਸੋ ਹੋਰ ਕੋਈ ਵੀ ਇਹਦੇ ਵਿੱਚ ਡਿਫਰੈਂਸ ਨਹੀਂ, ਸੇਮ ਟੂ ਸੇਮ ਆਪਸ਼ਨਾਂ ਨੇ, ਸੇਮ ਟੂ ਸੇਮ ਤੁਹਾਡੇ ਹੋ ਰਹੇ, ਆਰਾਮ ਨਾਲ ਐਲੀਮੀਨੇਟ ਹੋ ਕੇ ਤੁਹਾਡਾ ਇਹ ਕੁਐਸਚਨ ਹੁੰਦਾ ਸੀਗਾ, ਠੀਕ ਆ ਜੀ। ਹੁਣ ਦੇਖੋ ਇਹ ਵਾਲੇ ਕੁਐਸਚਨ ਨੇ ਆਪਣੇ, ਠੀਕ ਆ। ਆਹ ਵਾਲੇ ਕੁਐਸਚਨ ਨੇ ਟੋਟਲ ਆਪਣੇ ਹੋ ਗਏ ਇਹ 1 2 3 4 5 6 7 8 9 10 11 12, ਠੀਕ ਆ ਜੀ। 12 ਕੁਐਸਚਨ ਆਪਣੇ ਉਹਦੇ ਵਿੱਚ ਪੇਪਰ ਦੇ ਵਿੱਚ ਆਏ ਹੋਏ ਨੇ। ਸੋ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਇਹੀ ਆ ਕਿ ਤੁਹਾਨੂੰ ਰਿਵੀਜ਼ਨ ਕਰਨੀ ਪੈਣੀ ਆ, ਚਾਹੇ ਤੁਸੀਂ ਵਧੀਆ PPSC ਲੈਵਲ ਦਾ ਪੇਪਰ ਦੇਣਾ ਵਾ, ਚਾਹੇ ਤੁਸੀਂ PSSB ਲੈਵਲ ਦਾ ਦੇਣਾ। ਹਾਂ ਇੱਦਾਂ ਵਾ ਕਿ PSSB ਲੈਵਲ ਲਈ ਤੁਹਾਨੂੰ ਇੰਨਾ ਜ਼ਿਆਦਾ ਘਬਰਾਉਣ ਦੀ ਲੋੜ ਨਹੀਂ, ਪਰ ਫਿਰ ਵੀ ਅਗਰ 20 30 40 ਨੰਬਰ ਦਾ 30 ਨੰਬਰ ਦਾ ਪੱਕਾ ਜੀਕੇ ਤੇ ਪੰਜਾਬ ਜੀਕੇ ਮਿਲਾ ਕੇ ਆਉਣੀ ਹੀ ਆਉਣੀ ਆ, ਠੀਕ ਆ। ਸੋ ਤੁਸੀਂ ਉਹਨੂੰ ਹਲਕੇ 'ਚ ਨਹੀਂ ਲੈਣਾਗਾ। ਹਾਂ ਇੱਦਾਂ ਜ਼ਰੂਰ ਆ ਕਿ ਇਸ ਤਰ੍ਹਾਂ ਦੇ ਸਟੇਟਮੈਂਟ ਬੇਸਡ ਕੁਐਸਚਨ ਉਹਦੇ ਵਿੱਚ ਨਹੀਂ ਆਉਣਗੇ, ਬਟ ਫਿਰ ਵੀ ਤੁਸੀਂ ਆਪਦੀ ਪੂਰੀ ਤਿਆਰੀ ਉਹ ਕਰਨੀ ਆ। ਹੁਣ ਆਪਾਂ ਥੋੜਾ ਜਿਹਾ ਨਾਇਬ ਤਹਿਸੀਲਦਾਰ ਦਾ ਪੇਪਰ 120 ਨੰਬਰ ਦਾ ਪੈਟਰਨ ਆਇਆ ਸੀ, ਜਿਸ ਚੋਂ ਕਿ 40 ਨੰਬਰ ਦੀ ਆਈ ਸੀ ਰੀਜ਼ਨਿੰਗ ਤੇ ਮੈਥ, ਠੀਕ ਆ ਜੀ। ਸੋ ਇਹਦੇ ਵਿੱਚ ਦੇਖੋ ਜੀ ਰੀਜ਼ਨਿੰਗ ਮੈਥ ਜ਼ਿਆਦਾ ਔਖਾ ਨਹੀਂ ਸੀ ਆਇਆ। ਕੁਝ ਕੁਐਸਚਨ ਇਦਾਂ ਦੇ ਸੀਗੇ ਜਿਹੜੇ ਕਿ ਥੋੜੇ ਜਿਹੇ ਔਖੇ ਲੈਵਲ ਦੇ ਸੀਗੇ, ਜਿਹਦੇ ਵਿੱਚ ਕਿ ਪਜ਼ਲ ਵਗੈਰਾ ਹੁੰਦੀ ਆ ਜਿਹੜੀ, ਠੀਕ ਆ। ਦੇਖੋ ਆ ਸਿਟਿੰਗ ਅਰੇਂਜਮੈਂਟ ਦੇ ਵਿੱਚ ਪਜ਼ਲ ਹੋ ਗਈ, ਠੀਕ ਆ ਜੀ। ਮੈਥ ਦੇ ਵਿੱਚ ਵਧੀਆ ਕੁਐਸਚਨ ਆਏ ਹੋਏ ਨੇ, ਜ਼ਿਆਦਾ ਔਖੇ ਕੁਐਸਚਨ ਨਹੀਂ ਆਪਾਂ ਕਹਿ ਸਕਦੇ, ਹੋ ਰਹੇ ਸੀ, ਇਦਾਂ ਨਹੀਂ ਕਿ ਹੱਲ ਨਹੀਂ ਹੋ ਰਹੇ ਸੀ, ਹੱਲ ਹੋ ਰਹੇ ਸੀਗੇ, ਬਟ ਥੋੜੇ ਜਿਹੇ ਲੈਂਥੀ ਸੀ, ਠੀਕ ਆ ਜੀ। ਅਗਰ ਆਪਾਂ ਗੱਲ ਕਰੀਏ ਜੋ ਉਹਨਾਂ ਨੇ ਸੌਖਾ ਪਾਇਆ ਹੋਇਆ, ਦੇਖੋ ਹੁਣ ਕਿੰਨਾ ਸੌਖਾ ਪਾਇਆ ਹੋਇਆ। ਐਂਗਲ ਪੁੱਛਿਆ ਹੋਇਆ ਉਹਨਾਂ ਨੇ ਕਿ ਐਂਗਲ ਦੱਸੋ ਜੀ ਕਿੰਨਾ ਹੁੰਦਾ ਵਾ। ਸੋ ਇਹੋ ਜਿਹੇ ਕੁਐਸਚਨ ਬਹੁਤ ਈਜ਼ੀਲੀ ਤੁਹਾਡੇ ਨਿਕਲ ਜਾਂਦੇ ਨੇ। ਸੋ ਜਿਹੜਾ ਕੁਐਸਚਨ ਉਹਨਾਂ ਨੇ ਸੌਖਾ, ਆ ਦੇਖੋ ਜੀ ਆ ਆਪਣਾ ਪੁੱਛਿਆ ਹੋਇਆ ਵਾ ਇਹਨਾਂ ਨੇ, ਠੀਕ ਆ ਜੀ। ਇਹਦੇ ਵਿੱਚੋਂ ਵੀ ਤੁਹਾਡਾ ਆਰਾਮ ਦੇ ਨਾਲ ਨਿਕਲਦਾ ਵਾ ਕੁਐਸਚਨ। ਇਹੋ ਜਿਹੇ ਕੁਐਸਚਨ ਜਿਹੜੇ ਹੁੰਦੇ ਨੇ ਉਹ ਆਰਾਮ ਦੇ ਨਾਲ ਨੰਬਰ ਦੇ ਕੇ ਜਾਂਦੇ ਨੇ ਤੁਹਾਨੂੰ। ਸੋ ਇਹਦੇ ਵਿੱਚ ਕੁਝ ਕੁਐਸਚਨ ਔਖੇ ਵੀ ਆਏ ਹੋਏ ਨੇ, ਇਦਾਂ ਨਹੀਂ ਕਿ ਨਹੀਂ ਆਏ। ਆ ਦੇਖੋ ਜੀ ਰੇਸ਼ੀਓ ਦੇ ਵਿੱਚ ਉਹਨਾਂ ਨੇ ਟ੍ਰੇਨ ਐਂਡ ਸਪੀਡ ਦੇ ਉੱਤੇ ਪੁੱਛਿਆ ਹੋਇਆ। ਇਦਾਂ ਦੇ ਕੁਐਸਚਨ ਵੀ ਤੁਹਾਡੇ ਮੇਰੇ ਅਕੋਰਡਿੰਗ ਜਿਨ੍ਹਾਂ ਨੇ ਰੀਜ਼ਨਿੰਗ ਮੈਥ ਵੀ ਵਧੀਆ ਤਰੀਕੇ ਨਾਲ ਕੀਤਾ ਹੋਏਗਾ ਉਹਦਾ ਆਰਾਮ ਦੇ ਨਾਲ ਨਿਕਲਿਆ ਹੋਏਗਾ। ਅਗਰ RS ਅਗਰਵਾਲ ਦਾ ਤੁਸੀਂ ਵਧੀਆ ਤਰੀਕੇ ਨਾਲ ਰੀਜ਼ਨਿੰਗ ਤੇ ਮੈਥ ਦੀ ਪ੍ਰੈਕਟਿਸ ਕੀਤੀ ਹੋਈ ਆ, ਦੇਖੋ ਇੱਕ DI ਦਾ ਕੁਐਸਚਨ ਵੀ ਪੁੱਛਿਆ ਹੋਇਆ ਵਾ। ਸੋ ਥੋੜੀ ਜਿਹੀ ਲੈਂਥੀ ਪਾਇਆ ਹੋਇਆ ਵਾ, ਬਟ ਇੰਨਾ ਔਖਾ ਨਹੀਂ ਸੀ, ਇਦਾਂ ਨਹੀਂ ਸੀ ਕਿ ਨਹੀਂ ਨਿਕਲ ਸਕਦਾ ਕੁਐਸਚਨ। ਹੁਣ ਨੈਕਸਟ ਆਪਾਂ ਗੱਲ ਕਰੀਏ, ਠੀਕ ਹੈ ਜੀ। ਹੁਣ ਇਹ ਹੋ ਗਈ ਪਜ਼ਲ ਵਗੈਰਾ। ਆ ਦੇਖੋ ਜੀ ਹੁਣ ਇਹਨਾਂ ਨੇ ਜਿਹੜੇ ਬਾਕੀ ਕੁਐਸਚਨ ਮੈਂ ਤੁਹਾਨੂੰ ਦੱਸਦਾ ਕਿ ਥੋੜਾ ਜਿਹਾ ਆਪਾਂ ਓਵਰਵਿਊ ਲਵਾਂਗੇ। ਦੇਖੋ ਹੁਣ ਇਹਨਾਂ ਨੇ ਆਹ ਚੀਜ਼ ਪੁੱਛ ਲਈ,
ਅਗਰ ਤੁਸੀਂ ਮੰਨ ਲਓ ਕਿ ਅਗਰ ਤੁਸੀਂ ਚੰਗੀ ਤਰ੍ਹਾਂ ਦੇ ਨਾਲ ਕੀਤਾ ਹੋਇਆ ਵਾ, ਦੇਖੋ ਆ ਇਹਨਾਂ ਨੇ ਵਰਡ ਸੈਂਚੁਰੀ ਪੁੱਛ ਲਿਆ ਤੇ ਉਹਦੀ ਲੋਕੇਸ਼ਨ ਪੁੱਛ ਲਈ ਆ, ਇਹ ਸਟੈਟਿਕ ਜੀਕੇ ਚ ਪੋਰਸ਼ਨ ਹੁੰਦਾ। ਜਦੋਂ ਆਪਾਂ ਸਟੈਟਿਕ ਜੀਕੇ ਕਰਾਂਗੇ ਇਦਾਂ ਦੇ ਕੁਐਸਚਨ ਵੀ ਕਵਰ ਹੋਣਗੇ। ਹੁਣ ਬਾਕੀ ਸਾਰੇ ਕੁਐਸਚਨ ਅਗਰ ਆਪਾਂ ਗੱਲ ਕਰੀਏ, ਹੁਣ ਸਟੀਲ ਪਲਾਂਟ ਇਹ ਵੀ ਸਟੈਟਿਕ ਜੀਕੇ ਚ ਕਵਰ ਹੁੰਦਾ, ਸਟੀਲ ਪਲਾਂਟਾਂ ਦੇ ਇਹਨਾਂ ਨੇ ਉਹ ਪੁੱਛ ਲਏ ਹੋਏ ਆ, ਠੀਕ ਆ। ਸੋ 4-4 ਕੁਐਸਚਨ ਇੱਕ ਚ ਪੁੱਛ ਰਹੇ ਆ, ਬਟ ਇਹ ਸਿਰਫ ਪੀਪੀਐਸਸੀ ਹੀ ਪੁੱਛੇਗਾ। PSSB ਦੇ ਵਿੱਚ ਮੈਂ ਬਾਰ-ਬਾਰ ਤੁਹਾਨੂੰ ਕਹਿ ਰਿਹਾ ਕਿ ਕੁਝ ਕੁਐਸਚਨ 2-4 ਕੁਐਸਚਨ ਆ ਸਕਦੇ ਨੇ ਸਟੇਟਮੈਂਟ ਵਾਈਜ਼, ਬਟ ਇੰਨੇ ਜ਼ਿਆਦਾ ਲੈਂਥੀ ਨਹੀਂ ਆਉਣਗੇ ਕਿ ਤੁਹਾਨੂੰ ਇੰਨਾ ਜ਼ਿਆਦਾ ਦਿਮਾਗ ਲਗਾਉਣਾ ਪਏਗਾ। ਸੋ ਆਹ ਦੇਖੋ ਜੀ, ਆਹ ਨਾਲ ਇਹਨਾਂ ਨੇ ਦੇਖੋ ਹੁਣ ਇਹਨਾਂ ਨੇ ਆਹ ਦਿੱਤਾ ਹੋਇਆ ਵਿੱਚ ਦੀ ਜਿਹੜੇ ਕੁਛ ਦਿੱਤੇ, ਆਹ ਕਰੰਟ ਅਫੇਅਰ ਦੇ ਕਿੰਨੇ ਵਧੀਆ ਤਰੀਕੇ ਨਾਲ ਪੁੱਛਿਆ, ਉਹਦੇ ਵਿੱਚ ਵੀ ਕੋਰਸ ਦਿੱਤੇ ਹੋਇਆ, ਮਤਲਬ ਕਿ ਸਟੇਟਮੈਂਟ ਵਾਈਜ਼ ਪੁੱਛ ਰਿਹਾ ਕਿ ਦੱਸੋ ਸਟੇਟਮੈਂਟ ਦਿੱਤੀਆਂ ਇਹਨਾਂ 'ਚੋਂ ਕਿਹੜੀ ਚੀਜ਼ ਸਹੀ ਆ ਕਿਹੜੀ ਚੀਜ਼ ਗਲਤ ਆ। ਸੋ ਕੁਛ ਸੌਖੇ ਵੀ ਪੁੱਛਿਆ, ਜਿੱਦਾਂ ਆਹ ਪੁੱਛ ਲਿਆ ਕਿ ਪਰਮ ਗੰਗਾ ਕੀ ਸੀ, ਕੁਛ ਆਪਣਾ ਅਗਰ ਆਪਾਂ ਕਰੀਏ ਕ੍ਰਿਪਟੋਗੈਮਿਕ ਗਾਰਡਨ ਦਾ ਉਹਨਾਂ ਨੇ ਪੁੱਛ ਲਿਆ ਹੋਇਆ। ਸੋ ਇਹ ਜਿਹੜੇ ਅਗਰ ਤੁਹਾਡੇ ਵਧੀਆ ਤਰੀਕੇ ਨਾਲ ਕਰੰਟ ਅਫੇਅਰ ਤੁਸੀਂ ਕੀਤੇ ਹੋਏ ਸੀ 1 ਸਾਲ ਦੇ, ਤਾਂ ਤੁਹਾਡੇ PSSB ਨੇ 2021 'ਚ ਸਿਰਫ 1 ਜਾਂ 2 ਜਾਂ 3 ਹੀ ਕਰੰਟ ਅਫੇਅਰ ਪੁੱਛ ਰਿਹਾ, ਜ਼ਿਆਦਾ ਨਹੀਂ ਪੁੱਛ ਰਿਹਾ ਵਾ। ਬਟ PPSC ਲਗਭਗ ਹਰੇਕ ਪੇਪਰ ਦੇ ਵਿੱਚ ਹੀ ਵਧੀਆ ਲੈਵਲ ਦਾ ਪੁੱਛਿਆ। ਸੋ ਇਹਦੇ ਵਿੱਚ 25-30 ਕੁਐਸਚਨ ਕਰੰਟ ਅਫੇਅਰ ਦੇ ਆਏ ਹੋਏ ਨੇ। ਤੁਸੀਂ ਸੋਚ ਸਕਦੇ ਹੋ ਕਿ PPSC ਲਈ ਕਰੰਟ ਅਫੇਅਰ ਕਰਨੇ ਕਿੰਨੇ ਜ਼ਰੂਰੀ ਨੇ। ਹੁਣ ਦੇਖੋ ਆਹ ਕਰੰਟ ਅਫੇਅਰ ਹੋ ਰਹੇ ਨੇ, ਠੀਕ ਆ। ਆਹ ਦੇਖੋ ਜੀ ਕਰੰਟ ਅਫੇਅਰ, ਆਹ ਵੀ ਕਰੰਟ ਆ। ਇਹਦੇ ਵਿੱਚ ਥੋੜੇ ਜਿਹੇ ਇਹਨਾਂ ਨੇ ਜਿੱਦਾਂ ਕਿ ਇਹ ਪੁੱਛ ਲਿਆ, ਠੀਕ ਆ, ਲੇਅਰਸ ਪੁੱਛ ਲਈਆਂ ਐਟਮੋਸਫੇਅਰ ਦੀਆਂ ਆਪਣੀਆਂ, ਠੀਕ ਆ ਜੀ। ਸੋ ਜੋਗਰਾਫੀ ਦੇ ਥੋੜੇ ਜਿਹੇ ਵਧੀਆ ਲੈਵਲ ਦੇ ਕੁਐਸਚਨ ਆਏ ਹੋਏ ਸੀਗੇ, ਠੀਕ ਆ। ਜੋਗਰਾਫੀ ਤੇ ਪੁੱਛਿਆ, এনवायरमेंट ਵੀ ਕਰੰਟ ਬੇਸਡ ਪੁੱਛੀ ਹੋਈ ਸੀ ਉਹਨਾਂ ਨੇ। ਸੋ ਇਦਾਂ ਦੇ ਕੁਐਸਚਨ। ਸੋ ਆਹ ਤਾਂ ਆਪਾਂ ਕੀਤਾ ਹੋਇਆ। ਦੇਖੋ ਆਹ ਵਾਲਾ ਜਿਹੜਾ ਕੁਐਸਚਨ ਆਇਆ ਹੋਇਆ, ਜਿਹੜਾ ਮੈਂ ਤੁਹਾਨੂੰ ਕਿਹਾ ਸੀਗਾ ਇੰਡਸ ਵੈਲੀ ਸਿਵਲਾਈਜੇਸ਼ਨ ਦੇ ਟਾਈਮ ਦੇ ਉਹਨਾਂ ਨੇ ਪੁੱਛਿਆ ਹੋਇਆ ਵਾ, ਠੀਕ ਆ। ਸੋ ਇਦਾਂ ਦੇ ਕੁਐਸਚਨ ਵੀ ਤੁਹਾਡੇ ਪੇਪਰ ਦੇ ਵਿੱਚ ਆ ਸਕਦੇ ਨੇ, ਜ਼ਰੂਰੀ ਨਹੀਂਗਾ ਕਿ ਸਿਰਫ ਉਹੀ ਪਾਉਣਗੇ। ਸੋ ਇੱਕ 2 ਕੁਐਸਚਨ ਆਉਣਗੇ ਇਦਾਂ ਦੇ, ਜਿੱਦਾਂ ਕਿ ਆਹ ਦੇਖੋ ਮਹਾਵੀਰਾ ਬਾਰੇ ਪੁੱਛਿਆ, ਐਂਸ਼ੀਅੰਟ ਦੇ ਮੈਡੀਵਲ ਦੇ ਵਿੱਚੋਂ ਵੀ 4-5 ਕੁਐਸਚਨ ਆਏ ਹੋਏ ਸੀ। ਸੋ ਇਹ ਤਾਂ ਆਪਾਂ ਕਰ ਲਏ ਹੋਏ ਆ ਕਿ ਜਿਹੜੇ ਆਹ ਦੇਖੋ ਜੀ ਅਟਾਰਨੀ ਜਨਰਲ ਆਫ ਇੰਡੀਆ ਤੇ ਜਿਹੜੇ ਮੈਂ ਤੁਹਾਨੂੰ ਵਿੱਚ ਦੀ ਕਿਹਾ ਸੀ ਨਾ, ਕੁਝ ਕੁਐਸਚਨ ਇਦਾਂ ਦੇ ਨੇ ਜਿਹੜੇ ਕਿ ਆਪਣੇ ਕਵਰ ਨਹੀਂ ਹੋਏ, ਕਿਉਂਕਿ ਉਹਦਾ ਕਾਰਨ ਇਹੀ ਆ ਕਿਉਂਕਿ ਆਪਾਂ ਨੇ ਅਜੇ ਤੱਕ ਇਹ ਟੌਪਿਕ ਪੜ੍ਹਿਆ ਵੀ ਨਹੀਂ ਅਟਾਰਨੀ ਜਨਰਲ ਆਫ ਇੰਡੀਆ ਡਿਟੇਲ ਦੇ ਵਿੱਚ। ਜਦੋਂ ਆਪਾਂ ਪੜ੍ਹਾਂਗੇ ਤਾਂ ਇਹੋ ਜਿਹੇ ਕੁਐਸਚਨ ਵੀ ਆਪਣੇ ਕਵਰ ਹੋਣਗੇ, ਠੀਕ ਹੈ ਜੀ। ਸੋ ਹੋ ਗਿਆ ਹੋਇਆ ਜੀ ਇਹ ਵੀ। ਹੁਣ ਆਪਣਾ ਆਹ ਦੇਖੋ ਜੀ, ਹੁਣ ਫਿਰ ਇਹਨਾਂ ਨੇ ਪੁੱਛ ਲਿਆ ਹੋਇਆ ਮੈਥ ਦੀ ਕਾਲਮ ਦੇ ਵਿੱਚ ਥੋੜੇ ਵਧੀਆ ਲੈਵਲ ਦਾ ਕੁਐਸਚਨ ਸੀਗਾ। ਸੋ ਬਸ ਮੈਂ ਤੁਹਾਨੂੰ ਹੁਣ ਲਾਸਟ ਦੇ ਉੱਤੇ ਇਹੀ ਕਹਾਂਗਾ ਕਿ ਅਗਰ ਤੁਸੀਂ PPSC ਦਾ ਪੇਪਰ ਦੇਣਾ ਵਾ, PPSC ਦਾ ਕੋਈ ਵੀ ਐਗਜ਼ਾਮ ਦੇਣਾ, ਨਾਇਬ ਤਹਿਸੀਲਦਾਰ ਦੇ ਪੇਪਰ ਤੇ ਕਲਰਕ ਦੇ ਪੇਪਰ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ। ਜਿਹੜੇ PSSB ਵੀਡੀਓ ਦਾ ਵੀ ਪੇਪਰ ਹੋਏਗਾ ਨਾ, ਆਪਾਂ ਪਟਵਾਰੀ ਦਾ ਪੇਪਰ ਵੀ ਦੇਖਿਆ, ਐਗਜ਼ਾਈਜ਼ ਇੰਸਪੈਕਟਰ ਦਾ ਵੀ ਪੇਪਰ ਦੇਖਿਆ, PSSB ਬਹੁਤ ਠੀਕ ਤਰੀਕੇ ਦਾ ਪੇਪਰ ਪਾਉਂਦੀ ਆ, ਜ਼ਿਆਦਾ ਲੈਂਥੀ ਜੀਕੇ ਨਹੀਂ ਆਊਗੀ ਉਹਦੇ ਵਿੱਚ, ਮੈਂ ਬਾਰ-ਬਾਰ ਕਹਿ ਰਿਹਾ ਮੈਂ ਤੁਹਾਨੂੰ। ਸੋ ਬਟ ਫਿਰ ਵੀ ਤੁਹਾਨੂੰ ਕਨਸੈਪਚੁਅਲ ਆ ਸਕਦੀ ਹੈ, ਇੱਦਾਂ ਨਹੀਂ ਕਿ ਕਨਸੈਪਟ ਵਾਈਜ਼ ਉਹ ਸਿਰਫ ਡੇਟਸ ਦੇ ਹੀ ਪੁੱਛਣਗੇ, ਉਹ ਜ਼ਰੂਰੀ ਨਹੀਂ ਕਿ ਉਹ ਡੇਟਸ ਪੁੱਛਣਗੇ। ਹੁਣ ਉਹ ਥੋੜਾ ਜਿਹਾ ਲੈਵਲ ਹੌਲੀ-ਹੌਲੀ ਕਰਕੇ ਵਧਾ ਰਹੇ ਨੇ, ਪਰ ਇੱਦਾਂ ਨਹੀਂ ਕਿ ਜਿੱਦਾਂ ਕਿ PPSC 'ਚ 4-4 ਆਪਸ਼ਨਾਂ ਤੁਹਾਨੂੰ ਦੇਤੀਆਂ, ਥੱਲੇ ਵੀ ਨਾਲ ਕੋਡ ਦੇ ਦੇਣਗੇ, ਉੱਦਾਂ ਦੇ ਕੁਐਸਚਨ ਨਹੀਂ ਆਉਣਗੇ। ਹਾਂ ਸਟੇਟਮੈਂਟ ਵਾਈਜ਼ ਆ ਸਕਦੇ ਆ, ਬਟ ਬਹੁਤ ਘੱਟ, ਠੀਕ ਹੈ ਜੀ। ਸੋ ਮੋਸਟਲੀ 1 ਲਾਈਨਰ ਟਾਈਪ ਹੀ ਆਉਣਗੇ। ਸੋ ਤੁਸੀਂ ਥਿਊਰੀ ਚੰਗੀ ਤਰ੍ਹਾਂ ਕਰਨੀ ਆ, ਉਸ ਤੋਂ ਬਾਅਦ ਤੁਸੀਂ ਕਿਸੇ ਵੀ ਪੇਪਰ ਦੇ ਵਿੱਚ ਬੈਠ ਜਾਓ, ਤੁਹਾਨੂੰ ਦਿੱਕਤ ਨਹੀਂ ਆਏਗੀ। ਸੋ ਆਪਾਂ ਦੇਖਿਆ ਕਿ ਆਪਾਂ ਥਿਊਰੀ ਕੀਤੀ ਹੋਈ ਸੀ, ਤਾਂ PPSC ਦੇ ਵਿੱਚ ਵੀ ਆਪਣੇ ਜਿੰਨੇ % ਆਪਣਾ ਸਿਲੇਬਸ ਕੀਤਾ ਹੋਇਆ ਵਾ, ਜਿੱਦਾਂ 60-65% ਆਪਣਾ ਸਿਲੇਬਸ ਹੋ ਚੁੱਕਿਆ ਵਾ ਇਹਨਾਂ 4 ਸਬਜੈਕਟਾਂ ਦਾ, 3 ਸਬਜੈਕਟਾਂ ਦਾ, ਉਹਦੇ ਵਿੱਚੋਂ 60-65% ਆਪਣੇ ਕੁਐਸਚਨ ਕਵਰ ਹੋ ਗਏ ਹੋਏ ਨੇ। ਸੋ ਹੁਣ ਆਪਾਂ ਜਿਹੜੀਆਂ ਅਗਲੀਆਂ 25 ਕਲਾਸਾਂ ਉਹ ਜਲਦੀ ਤੋਂ ਜਲਦੀ ਨਿਬੇੜਾਂਗੇ। ਨਾਲ ਆਪਾਂ ਸਟੈਟਿਕ ਜੀਕੇ ਸ਼ੁਰੂ ਕਰ ਦਾਂਗੇ, ਤੇ ਸਟੈਟਿਕ ਜੀਕੇ ਜਦੋਂ ਆਪਣੀ ਇਹਨਾਂ ਦੇ ਵਿੱਚੋਂ ਇਹ ਵਾਲੀਆਂ 25 ਕਲਾਸਾਂ ਖਤਮ ਹੋ ਜਾਣਗੀਆਂ, ਤਾਂ ਨਾਲ ਆਪਾਂ ਇਹਨਾਂ ਦੇ MCQ 500 MCQ ਵੀ ਨਾਲ ਦੀ ਨਾਲ ਸਟਾਰਟ ਕਰਾਂਗੇ, ਤੇ ਨਾਲ ਆਪਾਂ ਜਿਓਗ੍ਰਾਫੀ, ਠੀਕ ਹੈ। ਮੈਂ ਤੁਹਾਨੂੰ ਦੱਸਦਾ ਜਿਓਗ੍ਰਾਫੀ ਤੇ ਇਕਨੋਮਿਕਸ ਦੇ ਵਿੱਚੋਂ ਕੁਝ ਕੁਐਸਚਨ ਆਉਂਦੇ ਨੇ। ਸੋ ਅੱਗੇ ਐਗਜ਼ਾਈਜ਼ ਇੰਸਪੈਕਟਰ ਵੀ ਆ ਰਿਹਾ, ਉਹਦੇ ਵਿੱਚ ਇਕਨੋਮਿਕਸ ਦੇ ਵਿੱਚੋਂ ਕੁਐਸਚਨ ਪੁੱਛਣਗੇ। ਸੋ ਇਹ ਵੀ ਆਪਾਂ ਨਾਲ ਹੀ ਸ਼ੁਰੂ ਕਰ ਦੇਵਾਂਗੇ, ਠੀਕ ਹੈ। ਸੋ ਫਿਲਹਾਲ ਆਪਾਂ ਜਿਹੜੇ ਇੰਪੋਰਟੈਂਟ ਸਬਜੈਕਟ ਨੇ ਉਹੀ ਕਰਾਂਗੇ, ਜਿੱਦਾਂ ਕਿ ਆਪਾਂ ਇਹਦੇ ਵਿੱਚ ਵੀ ਦੇਖਿਆ ਕਿ ਜ਼ਿਆਦਾਤਰ ਕਰੰਟ ਵੀ ਪੁੱਛ ਰਹੇ। ਸੋ ਕਰੰਟ ਅਫੇਅਰ ਵੀ ਆਪਾਂ ਇੰਪੋਰਟੈਂਟ ਜੋ ਹੋਏਗਾ ਉਹ ਆਪਾਂ ਜਦੋਂ ਆਪਣਾ ਪੇਪਰ ਨੇੜੇ ਆ ਜਾਏਗਾ 2 ਮਹੀਨੇ ਪਹਿਲਾਂ, ਉਦੋਂ ਆਪਾਂ ਸ਼ੁਰੂ ਕਰ ਲਾਂਗੇ। ਸੋ ਕਰੰਟ ਅਫੇਅਰ ਆਪਾਂ ਨੂੰ PSSB ਲਈ ਬਾਹਲਾ ਜ਼ਿਆਦਾ ਕਰਨ ਦੀ ਜ਼ਰੂਰਤ ਨਹੀਂ, ਠੀਕ ਕਰ ਸਕਦੇ ਹਾਂ ਆਪਾਂ ਇੰਪੋਰਟੈਂਟ, ਠੀਕ ਆ। ਕਿਉਂਕਿ PSSB ਨੇ 2021 'ਚ ਜਿੰਨੇ ਵੀ ਪੇਪਰ ਹੋਏ ਨੇ ਉਹਦੇ ਵਿੱਚ ਲਗਭਗ 1 2 3 ਇੰਨੇ ਕੀ 2 ਜ਼ਿਆਦਾ ਤੋਂ ਜ਼ਿਆਦਾ 2 ਹੀ ਕਰੰਟ ਅਫੇਅਰ ਪੁੱਛੇ ਨੇ, ਇਸ ਤੋਂ ਜ਼ਿਆਦਾ ਕਰੰਟ ਅਫੇਅਰ ਨਹੀਂ ਪੁੱਛੇਗੇ, ਠੀਕ ਹੈ ਜੀ। 2 ਹੋ ਗਏ, ਵੱਧ ਤੋਂ ਵੱਧ ਅਗਰ ਵੇਟੇਜ ਵਧੇਗੀ ਤਾਂ 3-4 ਪੁੱਛ ਲੈਣਗੇ। ਸੋ ਉਹਦੇ ਲਈ ਆਪਾਂ ਨੂੰ ਬਹੁਤ ਜ਼ਿਆਦਾ ਪੜ੍ਹਨਾ। ਸੋ ਆਪਾਂ ਲਾਸਟ ਮੂਮੈਂਟ ਦੇ ਉੱਤੇ ਵੀ 2-3 ਮਹੀਨੇ ਪਹਿਲਾਂ ਵੀ ਕਰ ਸਕਦੇ ਹਾਂ। ਸੋ ਨਾਲ ਅਗਰ ਤੁਸੀਂ ਮੰਥਲੀ ਕਰਨਾ ਚਾਹੁੰਦੇ ਹੋ, PPSC ਦਾ ਪੇਪਰ ਦੇਣਾ, ਪੰਜਾਬ ਪੁਲਿਸ ਦਾ ਪੇਪਰ ਦੇਣਾ, ਤਾਂ ਤੁਸੀਂ ਮੰਥਲੀ ਕਰੰਟ ਅਫੇਅਰ ਕਰ ਸਕਦੇ ਹੋ। ਕੋਈ ਵੀ ਮੈਗਜ਼ੀਨ ਚੱਕ ਲਓ ਜਾਂ ਕੋਈ ਵੀ ਆਨਲਾਈਨ ਸੋਰਸ ਤੁਸੀਂ ਫੋਲੋ ਕਰ ਲਓ। ਆਪਾਂ ਪਹਿਲਾਂ ਇਸ ਟਾਈਮ ਜੀਕੇ ਕੰਪਲੀਟ ਕਰਵਾ ਕੇ ਫਿਰ ਕਰੰਟ ਅਫੇਅਰ ਕਰਵਾਵਾਂਗੇ, ਠੀਕ ਹੈ ਜੀ। ਹੁਣ ਧੰਨਵਾਦ। ਹੁਣ ਤੁਸੀਂ ਜ਼ਿਆਦਾ ਸਟ੍ਰੈਸ ਨਹੀਂ ਲੈਣੀ ਜੀ, ਜਿਹੜੇ ਬਾਕੀ ਕੈਂਡੀਡੇਟਸ ਵੀ ਆ, ਠੀਕ ਹੈ ਜੀ। ਸੋ ਬਾਕੀ ਦੇ ਪੇਪਰ ਠੀਕ ਠਾਕ ਹੋਣਗੇ। ਸੋ ਨਾਇਬ ਤਹਿਸੀਲਦਾਰ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਕਿ ਇਹਦਾ ਪੇਪਰ ਦਾ ਲੈਵਲ ਵਧੀਆ ਆਉਣਾ ਹੀ ਸੀ। ਮੈਂ ਜਦੋਂ MCQ ਕਰਾ ਰਿਹਾ ਸੀ, ਮੈਂ ਤੁਹਾਨੂੰ ਉਦੋਂ ਵੀ ਕਹਿੰਦਾ ਸੀ ਕਿ ਵਧੀਆ ਲੈਵਲ ਦਾ ਪੇਪਰ ਆਊਗਾ। ਪੋਸਟ ਬਹੁਤ ਵਧੀਆ ਪੋਸਟ ਆ ਇਹ ਨਾਇਬ ਤਹਿਸੀਲਦਾਰ, ਤੁਸੀਂ ਆਪ ਸਮਝ ਸਕਦੇ ਹੋ ਕਿ ਇਹਦਾ ਪੇਪਰ ਬਾਕੀ ਪੋਸਟਾਂ ਤੋਂ ਅਲੱਗ ਤਾਂ ਹੀ ਆਏਗਾ, ਠੀਕ ਹੈ ਜੀ। ਸੋ ਧੰਨਵਾਦ ਜੀ। ਹੁਣ ਆਪਾਂ ਬਾਕੀ ਦੇ ਸਬਜੈਕਟ ਬਹੁਤ ਜਲਦੀ ਪੂਰੇ ਕਰਾਂਗੇ, ਠੀਕ ਹੈ ਜੀ। ਤੁਸੀਂ ਆਪਦੀ ਮਿਹਨਤ ਕਰਦੇ ਰਹੋ ਤੇ ਨਾਲ ਦੀ ਨਾਲ ਨਾ ਟਾਈਪਿੰਗ ਥੋੜੀ ਕਰਦੇ ਰਹੋ, ਠੀਕ ਹੈ ਜੀ। ਟਾਈਪਿੰਗ ਦੀਆਂ ਆਪਾਂ ਕਲਾਸਾਂ ਸ਼ੁਰੂ ਕਰਤੀਆਂ ਹੋਈਆਂ ਨੇ, ਵਿੱਚ ਦੀ ਜਦੋਂ ਵੀ ਟਾਈਮ ਲੱਗੇਗਾ 3-4 ਕਲਾਸਾਂ ਦੇ ਵਿੱਚ ਆਪਾਂ ਫਿਨਿਸ਼ ਕਰ ਦੇਵਾਂਗੇ। ਸੋ ਤੁਸੀਂ ਬੇਸਿਕ ਟਾਈਪਿੰਗ ਸਿੱਖੋ ਤੇ ਤੁਸੀਂ ਨਾਲ ਹੀ ਇਹਦੇ ਘੰਟਾ 2 ਘੰਟੇ ਆਪਦੀ ਟਾਈਪਿੰਗ ਕਰੋ, ਤੇ ਨਾਲ ਆਪਣੀ ਕਲਰਕ ਤੇ ਵੀਡੀਓ ਦੀ ਤਿਆਰੀ ਕਰ ਸਕਦੇ ਹੋ, ਤੇ ਐਗਜ਼ਾਈਜ਼ ਇੰਸਪੈਕਟਰ ਦੀ ਤੇ ਪੰਜਾਬ ਪੁਲਿਸ ਦੀ। ਸੋ ਨਾਲ ਥੋੜੀ ਟਾਈਪਿੰਗ ਕਰਦੇ ਰਹੋ। ਫਿਰ ਤੁਹਾਨੂੰ ਲਾਸਟ ਦੇ ਉੱਤੇ ਸ਼ਾਇਦ ਇਸ ਵਾਰ ਜ਼ਿਆਦਾ ਟਾਈਮ ਨਹੀਂ ਮਿਲੇਗਾ, ਕਿਉਂਕਿ ਅਜੇ ਤਾਂ ਮਿਲ ਗਿਆ ਵਾ ਟਾਈਮ ਕਾਫਾ, ਠੀਕ ਹੈ ਜੀ। ਸੋ ਠੀਕ ਹੈ ਜੀ, ਧੰਨਵਾਦ ਜੀ। ਮਿਲਦੇ ਹਾਂ ਹੁਣ ਆਪਾਂ ਆਪਣੀ ਅਗਲੀ ਕਲਾਸ ਦੇ ਵਿੱਚ।